ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ 768 ਦੇਖ ਰਹੇ ਸਭ ਦਰਸ਼ਕ ਹਾਜ਼ਰੀਨ ਤੇ ਨਾਜ਼ਰੀਨ, ਵੈਲਕਮ, ਸਵਾਗਤਮ, ਖੁਸ਼ ਆਮਦੀਦ ਜੀ ਆਇਆਂ ਨੂੰ, ਸਦਕਿਆਂ ਨੂੰ। ਮੈਂ ਵਾਰੀ ਮੈਂ ਬਲਿਹਾਰ ਪ੍ਰੋਗਰਾਮ ਵੌਇਸ ਆਫ ਯਾਰਕਸ਼ਾਇਰ ਲੈ ਕੇ ਹਾਜ਼ਰ ਤੁਹਾਡਾ ਆਪਣਾ ਪ੍ਰੈਜ਼ੈਂਟਰ ਦੋਸਤ ਮਾਸਟਰ ਵਰਿੰਦਰ ਸਿੰਘ ਜ਼ਖਮੀ। ਸਾਲ 2023 ਦਸੰਬਰ ਮਹੀਨੇ ਦੀ 13 ਤਰੀਕ ਤੇ ਦੇਸੀ ਮਹੀਨਾ ਮੱਘਰ ਅੱਜ ਸੁੱਖ ਨਾਲ 28 ਦਿਨ ਚਲਾ ਗਿਆ। ਬਾਬਾ ਦੀਪ ਸਿੰਘ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਗੁਰੂ ਗ੍ਰੰਥ ਸਾਹਿਬ ਚਾਰ ਸਰੂਪ ਇਹ ਸੂਰਮਾ ਹੱਥੀਂ ਲਿਖ ਸਕਿਆ। ਹਰਮੰਦਰ ਸਾਹਿਬ ਦੀ ਦੇਖ ਬੇਅਦਬੀ ਵੀਰ ਬਹਾਦਰ ਖੰਡਾ ਚੁੱਕਿਆ, ਪਰ ਕਰਮਾਂ ਚ ਪਾਈ ਸ਼ਹੀਦੀ ਜ਼ਖਮੀ ਸੂਰਾ ਨਾ ਝਕਿਆ ਨਾ ਝੁਕਿਆ। ਅਬਸੇ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਗੁਰੂ ਗ੍ਰੰਥ ਸਾਹਿਬ ਚਾਰ ਸਰੂਪ ਇਹ ਸੂਰਮਾ ਹੱਥੀਂ ਲਿਖ ਸਕਿਆ। ਹਰਮੰਦਰ ਸਾਹਿਬ ਦੀ ਦੇਖ ਬੇਅਦਬੀ ਵੀਰ ਬਹਾਦਰ ਖੰਡਾ ਚੁੱਕਿਆ, ਪਰ ਕਰਮਾਂ ਚ ਪਾਈ ਸ਼ਹੀਦੀ ਜ਼ਖਮੀ ਸੂਰਾ ਨਾ ਝਕਿਆ ਨਾ ਝੁਕਿਆ। ਸਿੱਖ ਚੈਨਲ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਰਣੀय ਨਮਸਕਾਰ, ਸਲਾਮ ਆਦਾਬ ਐਂਡ ਵੈਂਸਡੇ ਆਫਟਰਨੂਨ ਟੂ ਐਵਰੀਵਨ ਆਫ ਯੂ। ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਦੇ ਵਸਨੀਕ, ਬਹਾਦਰ ਯੋਧੇ, ਸੰਤ, ਸਿਪਾਹੀ ਤੇ ਭਜਨੀਕ, ਕੁੱਲ ਆਲਮ ਦੇ ਪੰਜਾਬੀਆਂ ਨੂੰ ਇੱਕ ਵਾਰੀ ਫੇਰ ਸਿੱਖ ਚੈਨਲ ਤੋਂ ਦੇਖ ਕੇ ਸਾਨੂੰ ਬੇਹੱਦ ਖੁਸ਼ੀ ਅਤੇ ਪ੍ਰਸੰਨਤਾ ਦਾ ਅਹਿਸਾਸ ਹੋ ਰਿਹਾ ਜੀ। ਆਓ ਜੀ ਫਿਰ ਆਪਣਾ ਹਫ਼ਤਾਵਾਰੀ ਪਰਿਵਾਰਿਕ ਪ੍ਰੋਗਰਾਮ ਵੌਇਸ ਆਫ ਯਾਰਕਸ਼ਾਇਰ ਸ਼ੁਰੂ ਕਰੀਏ। ਸਾਡੇ ਸੰਗੀ ਬੀਬੀ ਸੁਰਿੰਦਰ ਕੌਰ ਗਿੱਲ, ਟੈਕਨੀਕਲ ਟੀਮ ਵੱਲੋਂ ਸਰਦਾਰ ਹਰਵਿੰਦਰ ਸਿੰਘ ਪੱਚੂ ਸਾਹਿਬ। ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸੋਚਦੇ ਹੋਵੋਗੇ ਮਜ਼ਮੂਨ ਟੌਪਿਕ ਕੀ ਹੁਆ ਅੱਜ ਦਾ। ਇਸ ਹਫ਼ਤੇ ਅਸੀਂ ਸਿੱਖ ਚੈਨਲ ਤੋਂ ਸਿੱਖ ਕੌਮ ਦੇ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 263ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਅਸੀਂ ਬਾਬਾ ਦੀਪ ਸਿੰਘ ਜੀ ਦੀ ਸੰਘਰਸ਼ਮਈ, ਜਦੋਜਹਿਦ ਵਾਲੀ, ਕਸ਼ਮਕਸ਼ ਵਾਲੀ, ਮਹਾਨ ਸਟਰਗਲ ਕਰਨ ਵਾਲੀ, ਪ੍ਰਭਾਵਸ਼ਾਲੀ ਜ਼ਿੰਦਗੀ ਦੇਖਾਂਗੇ। ਬਾਬਾ ਜੀ ਦੇ ਸਿੱਖ ਕੌਮ ਵਾਸਤੇ ਕੀਤੇ ਗਏ ਕਾਬਲੇ ਤਾਰੀਫ ਕਾਰਨਾਮਿਆਂ ਉੱਤੇ ਪੰਛੀ ਝਾਤ ਪਾਵਾਂਗੇ। ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਣ ਵਾਲੇ ਸਿੱਖ ਪੰਥ ਵਾਸਤੇ ਸ੍ਰੀ ਕਲਗੀਧਰ ਜੀ ਦੇ ਦਰਬਾਰ ਵਿੱਚ ਕਲਮ ਨਾਲ ਖਿਦਮਤ ਕਰਨ ਵਾਲੇ ਹਨ। ਬਾਬਾ ਦੀਪ ਸਿੰਘ ਜੀ ਮੈਦਾਨੇ ਜੰਗ ਵਿੱਚ ਕਿਰਪਾਨ ਅਤੇ ਦੋ ਧਾਰੇ ਖੰਡੇ ਨਾਲ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹਨ। ਬਾਬਾ ਦੀਪ ਸਿੰਘ ਜੀ ਬਾਰੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸਿੱਖੀ ਵਿੱਚ 31 ਕਿਸਮ ਦੀ ਸ਼ਹੀਦੀ ਦੇਖੀ ਗਈ ਹੈ, ਔਰ ਬਾਬਾ ਦੀਪ ਸਿੰਘ ਜੀ ਦੀ ਇਹ ਅਨੋਖੀ ਸ਼ਹੀਦੀ ਐਸੀ ਸ਼ਹੀਦੀ ਹੈ ਜੋ ਆਪਣਾ ਸੀਸ ਤਲੀ ਉੱਤੇ ਧਰ ਕੇ ਵੀ ਰਣ ਭੂਮੀ ਵਿੱਚ ਮੈਦਾਨੇ ਜੰਗ ਵਿੱਚ ਲੜਦੇ ਰਹੇ। ਬਾਬਾ ਜੀ ਨੇ ਆਪਣੇ ਇਕਰਾਰ, ਆਪਣੇ ਬਚਨ ਯਾਨੀ ਪ੍ਰੋਮਿਸ ਦੇ ਅਨੁਸਾਰ ਗੁਰੂ ਰਾਮਦਾਸ ਜੀ ਦੇ ਦਰਬਾਰ ਦੀਆਂ ਪਰਕਰਮਾਂ ਵਿੱਚ ਆਪਣਾ ਸੀਸ ਭੇਟ ਕਰਕੇ ਆਖਰੀ ਸਾਹ ਲਿਆ। ਪਰਕਰਮਾਂ ਵਿੱਚ ਬਾਬਾ ਦੀਪ ਸਿੰਘ ਜੀ ਦਾ ਉਹ ਪਾਵਨ ਸਥਾਨ ਅੱਜ ਵੀ ਸ਼ੋਭਨੀਕ ਹੈ, ਜਿੱਥੇ ਸੰਨ 1984 ਵਿੱਚ ਭਾਰਤੀ ਫੌਜ ਦਾ ਟੈਂਕ ਰੁਕ ਗਿਆ ਤੇ ਅਗਾਂਹ ਨਹੀਂ ਜਾ ਸਕਿਆ। ਬਈ ਵਾਹ, शहीदों की चिताओं पर लगेंगे हर वर्ष मेले, शहीदों की चिताओं पर लगेंगे हर वर्ष मेले, वतन पे मरने वालों का बाकी निशान होगा। बाबा दीप सिंह जी धार्मिक आगू ਹਨ, ਰਿਲੀਜੀਅਸ ਲੀਡਰ ਹਨ, ਜਿਨ੍ਹਾਂ ਨੇ ਚਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੱਥੀਂ ਲਿਖੇ ਔਰ ਫਿਰ ਚੌਹਾਂ
ਤਖਤਾਂ ਦੇ ਉੱਪਰ ਭਿਜਵਾਏ। ਦਿਲਚਸਪ ਡੰਕੇ ਤੇ ਚੋਟ ਨਾਲ ਕਹਿਣ ਵਾਲੀ ਰਿਮਾਰਕੇਬਲ ਗੱਲ ਹੈ ਕਿ ਬਾਬਾ ਦੀਪ ਸਿੰਘ ਜੀ ਮੈਦਾਨ ਵਿੱਚ ਬਾਜ਼ੀ ਵਿੱਚ ਬੇਮਿਸਾਲ ਹਨ, ਜਿਨ੍ਹਾਂ ਨੇ ਆਪਣੇ 15 ਕਿਲੋ ਦੇ ਦੋ ਧਾਰੇ ਖੰਡੇ ਨਾਲ 4 ਧਰਮ ਯੁੱਧ लड़े सन। शहीद की मौत कौम की हयात है, हयात तो हयात है, मौत भी है। ਬਾਬਾ ਦੀਪ ਸਿੰਘ ਜੀ ਸਿੱਖਾਂ ਦੇ ਅਜਿਹੇ ਪੋਲੀਟੀਕਲ ਲੀਡਰ ਹਨ, ਜਿਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਚੁੰਕਾਰ ਅਜ਼ ਹਮੈਂ ਹੀਲ ਤੇ ਦਰ ਗੁਜਸ਼ਟ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਦੇ ਬਚਨ ਅਨੁਸਾਰ ਜ਼ਾਲਮ ਹਕਵਾਲ ਸਾਹਿਬ ਦੀ ਰੱਖਿਆ ਤੇ ਧਰਮ ਯੁੱਧ ਦੀ ਦਿੱਤੀ, ਹਮੇ ਸ਼ਹਾਦਤ ਦਿੱਤਾ। ਆਜ਼ਾਦੀ ਸੱਚੀ ਆਜ਼ਾਦੀ ਹੁੰਦੀ ਤਾਈਆਂ ਸੁਪਨੇ ਲੈਂਦੀ, ਸਿਰ ਉੱਤੇ ਧਰਦੇ ਜਾਓ ਤਾਈ ਝੁਕਦੀ ਇਹਦੀ ਵਹਿੰਗੀ, ਮਿਲ ਜਾਵੇ ਜੇ ਸਿਰ ਵਾਰ ਕੇ ਫਿਰ ਵੀ ਨਹੀਂ ਇਹ ਮਹਿੰਗੀ, ਆਜ਼ਾਦ ਮਾਰਾ ਜਾਂ ਜੀਵਾ ਜ਼ਖਮੀ ਇਨਸਾਨੀਅਤ ਹੈ ਕਹਿੰਦੀ। ਬਾਬਾ ਦੀਪ ਸਿੰਘ ਜੀ ਨੂੰ 26 ਜਨਵਰੀ ਸਨ 1682 ਈਸਵੀ ਨੂੰ ਪਿੰਡ ਪਹੂਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਪਿਤਾ ਜੀ ਭਾਈ ਭਗਤਾ ਜੀ ਅਤੇ ਮਾਤਾ ਜਿਉਣੀ ਜੀ ਸਨ। ਸਨ 1700 ਈਸਵੀ ਦੇ ਵਿੱਚ ਵੈਸਾਖੀ ਦੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥੋਂ ਅੰਮ੍ਰਿਤਪਾਨ ਕਰਕੇ ਸਿੰਘ ਸਜੇ। ਬਾਬਾ ਦੀਪ ਸਿੰਘ ਜੀ ਜਸ਼ਨ ਵਰਗਾ ਆਨੰਦਪੁਰ ਸਾਹਿਬ ਦਾ ਰੂਹਾਨੀ ਮਾਹੌਲ 2 ਸਾਲ ਇੱਥੇ ਟਿਕੇ ਰਹੇ ਅਤੇ ਗੁਰੂ ਸਾਹਿਬ ਕੋਲੋਂ ਸ਼ਸਤਰ ਵਿਦਿਆ, ਘੋੜ ਸਵਾਰੀ ਅਤੇ ਖਤਰਿਆਂ ਦੇ ਖਿਡਾਰੀ ਯਾਨੀ ਮਾਰਸ਼ਲ ਆਰਟਸ ਵੀ ਸਿੱਖੇ। ਬਾਬਾ ਜੀ ਡਾਢੇ ਮਹੀਨ ਬੁੱਧੀ ਵਾਲੇ, ਇੰਟੈਲੀਜੈਂਟ ਕੇ ਛੇਤੀ ਹੀ ਭਾਈ ਮਨੀ ਸਿੰਘ ਜੀ ਕੋਲੋਂ ਗੁਰਮੁਖੀ ਪੰਜਾਬੀ ਪੜ੍ਹਨੀ ਤੇ ਸਿੱਖੀ ਦਾ ਜਜ਼ਬਾ, ਜਨੂਨ ਤੇ ਪੈਸ਼ਨ ਹੋਣ ਕਰਕੇ ਗੁਰਬਾਣੀ ਦੀ ਕਥਾ, ਵਿਆਖਿਆ, ਇੰਟਰਪ੍ਰੀਟੇਸ਼ਨ ਵੀ ਸਿੱਖੀ। ਸਿੱਖ ਦੇ ਖੂਨੀ ਪੱਤਰਿਆਂ ਨੂੰ ਧਿਆਨ ਨਾਲ ਪੜ੍ਹਿਆ ਇੱਕ ਗੱਲ ਸਪਸ਼ਟ ਹੈ ਕਿ ਸਿੱਖ ਧਰਮ ਸਿਦਕੀਆਂ ਅਤੇ ਜਾਨ ਤੇ ਖੇਡਣ ਵਾਲੇ ਮਰਦਾਂ ਅਤੇ ਕੁਰਬਾਨੀ ਦੇ ਪੁਤਲਿਆਂ ਦਾ ਧਰਮ ਹੈ, ਦੇਸ਼ ਭਗਤਾਂ ਦਾ ਧਰਮ ਹੈ। ਸਿੱਖ ਧਰਮ ਜਿੱਥੇ ਫਿਲਾਸਫੀ ਹੈ ਉੱਥੇ ਅਮਲ ਵੀ ਹੈ, ਪ੍ਰੈਕਟੀਕਲ ਵੀ ਹੈ। ਆਪਣੀ ਆਜ਼ਾਦੀ ਵਾਸਤੇ ਇਹ ਲੋਕ ਬੇਪਨਾਹ ਜੋਸ਼ ਰੱਖਦੇ ਹਨ। ਆਜ਼ਾਦ ਕਦੀ ਜੇ ਹੋਵੇਂ ਸੱਜਣਾ ਦਿਲੀ ਵਿਚਾਰ ਤੂੰ ਆਪੇ ਕਰਨਾ, ਗੁਲਾਮੀ ਦੀ ਜ਼ਿੰਦਗੀ ਅੰਦਰ ਸੁਪਨੇ ਵਿੱਚ ਵੀ ਸੁੱਖ ਨਾ ਸਰਨਾ, ਚਸ਼ਮੇ ਵਾਂਗੂ ਫੁੱਟਣਾ ਚਾਹੁੰਦਾ ਹੈ ਜਾਂ ਫਿਰ ਟੂਟੀ ਵਾਂਗੂ ਭਰਨਾ, ਰੱਬ ਬਖਸ਼ੀ ਆਜ਼ਾਦੀ ਜ਼ਖਮੀ, ਆਜ਼ਾਦ ਜਿਉਣਾ ਆਜ਼ਾਦ ਮਰਨਾ। 2 ਸਾਲ ਬਾਅਦ ਬਾਬਾ ਜੀ ਵਾਪਸ ਆਪਣੇ ਪਿੰਡ ਪਹੂਵਿੰਡ ਆ ਗਏ। ਫਿਰ ਸਨ 1705 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਨੂੰ ਸਾਬੋ ਕੀ ਤਲਵੰਡੀ ਬੁਲਾਇਆ, ਜਿੱਥੇ ਉਹਨਾਂ ਨੇ ਭਾਈ ਮਨੀ ਸਿੰਘ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰਨ ਵਿੱਚ ਵੱਡੀ ਮਦਦ ਕੀਤੀ। ਅੱਜ ਦੀ ਰਾਜਨੀਤੀ ਨੇ ਸਿੱਖ ਕੌਮ ਦੇ ਮਿਆਰ, ਪ੍ਰਮਾਣਿਕਤਾ ਯਾਨੀ ਸਟੈਂਡਰਡ ਨੂੰ ਨੀਵਾਂ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਦੇ ਵਕਤ ਸਿੱਖੀ ਦਾ ਨਿਸ਼ਾਨ ਰਾਜਨੀਤੀ ਦੇ ਨਿਸ਼ਾਨ ਨਾਲੋਂ ਉੱਚਾ ਮੰਨਿਆ ਜਾਂਦਾ ਸੀ। ਅੱਜ ਦੇ ਨਾਲ ਕੰਪੈਰੀਜ਼ਨ ਕਰੀਏ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸਿੱਖ ਧਰਮ ਦਾ ਨਿਸ਼ਾਨ ਸਾਹਿਬ ਤਾਂ ਅੱਜ ਵੀ ਰਾਜਨੀਤੀ ਦੇ ਨਿਸ਼ਾਨ ਸਾਹਿਬ ਤੋਂ ਉੱਚਾ ਝੁਲਦਾ ਹੈ, ਪਰ ਅਮਲੀ ਤੌਰ ਤੇ ਲੀਡਰਾਂ ਦੀ ਘਟੀਆ ਰਾਜਨੀਤੀ ਨੇ ਧਰਮ ਦਾ ਮਿਆਰ ਨੀਵਾਂ ਕਰ ਦਿੱਤਾ ਹੈ। ਇਹ ਮਿਆਰ ਉੱਚਾ ਚੁੱਕਣ ਵਾਸਤੇ ਬਾਬਾ ਜੀ ਵਰਗੇ ਤਿਆਗੀ ਤੇ ਵੈਰਾਗੀ ਸਿੱਖਾਂ ਦੀ ਕੁਰਬਾਨੀ ਦੀ ਲੋੜ ਹੈ, ਜੋ ਆਪਣੀ ਕੌਮੀ ਆਜ਼ਾਦੀ, ਹੱਕਾਂ ਦੀ ਆਜ਼ਾਦੀ ਵਾਸਤੇ ਜਾਨ ਕੁਰਬਾਨ ਕਰ ਸਕਣ। ਮਨੁੱਖੀ ਜਮਾਂਦਰੂ ਹੱਕ ਆਜ਼ਾਦੀ, ਇਹਨੂੰ ਕੋਈ ਨਾ ਸਕੇ ਮਾਰ। ਮਨ ਦਾ ਮਾਲਕ ਸੱਚੀ ਆਜ਼ਾਦੀ, ਜੀਵਨ ਵਿੱਚੋਂ ਕੱਢ ਦੇ ਹਾਰ। ਆਜ਼ਾਦੀ ਬਣ ਜਾਏ ਬਰਬਾਦੀ,
ਜੇ ਨਾ ਰੱਖੀਏ ਸੋਚ ਵਿਚਾਰ, ਜਦ ਖੁੱਸ ਗਈ ਆਜ਼ਾਦੀ ਜ਼ਖਮੀ, ਤਦ ਸਾਰਾ ਜੀਵਨ ਬੇਕਾਰ। ਸੰਨ 1709 ਈਸਵੀ ਵਿੱਚ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕੇ ਸਢੌਰਾ ਅਤੇ ਚੱਪੜਚਿੜੀ ਦੇ ਧਰਮ ਯੁੱਧ ਜਿੱਤੇ। ਸੰਨ 1733 ਈਸਵੀ ਵਿੱਚ ਨਵਾਬ ਕਪੂਰ ਸਿੰਘ ਜੀ ਨੇ ਬਾਬਾ ਜੀ ਨੂੰ ਹਥਿਆਰਬੰਦ ਜਥੇ ਦਾ ਲੀਡਰ ਨਿਯੁਕਤ ਕੀਤਾ। ਬਾਬਾ ਜੀ ਦੀ ਜ਼ਿੰਦਗੀ ਦੇ ਸਫ਼ਰ ਵਿੱਚੋਂ ਜਿਗਿਆਸੂ ਦਾ ਸਿਦਕ, ਬਹਾਦਰੀ ਦਾ ਜੋਸ਼, ਭਗਤ ਵਾਲੀ ਪਵਿੱਤਰਤਾ, ਬਬਰ ਸ਼ੇਰ ਵਰਗਾ ਜਿਗਰਾ, ਖੰਡਾ ਵਾਹੁਣ ਵਾਲੇ ਹੁਨਰਮੰਦ ਉਸਤਾਦ ਅਤੇ ਗੁਰੂ ਧਾਮਾਂ ਵਾਸਤੇ ਮਰ ਮਿਟਣ ਵਾਲਾ ਸੱਚੇ ਆਸ਼ਕ ਵਾਲਾ ਪ੍ਰੇਮ ਹੈ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹਾਂਜੀ ਭੈਣ ਜੀ, ਆਓ ਜੀ। ਹਾਂਜੀ ਭਾਜੀ, ਅੱਜ ਆਪਾਂ ਸਾਰੇ ਸਿੱਖ ਚੈਨਲ ਦੇ ਨਾਲ ਰਲ ਕੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਜਿਹੜਾ ਕਿ ਐਸੀ ਕੁਰਬਾਨੀ, ਐਸੀ ਸ਼ਹਾਦਤ ਨੂੰ ਅਸੀਂ ਅੱਜ ਪਹਿਲਾਂ ਕੋਟ ਐਂਡ ਕੋਟ ਪ੍ਰਣਾਮ ਕਰਦੇ ਹਾਂ। ਸਾਰੇ ਇਸੇ ਤਰ੍ਹਾਂ ਕਿ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਜੋ ਕੀਤਾ, ਜਿਸ ਤਰ੍ਹਾਂ ਭਾਈ ਨੇ ਹੁਣੇ ਸ਼ਬਦ ਪੜਿਆ ਹੈ, ਕਹਿੰਦੇ ਹਨ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮੈਂ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਸੱਚਾਈ ਵਿੱਚ ਆ ਕੇ ਉਹਨਾਂ ਨੇ ਸਾਨੂੰ, ਜੋ ਕਿ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਨਾਲ ਜੇ ਕਹਿੰਦੇ ਹਨ ਕਿ ਇੱਕ ਵਾਰੀ ਮੈਂ ਇੱਥੇ ਹੀ ਗੱਲ ਸ਼ੁਰੂ ਕਰਦੀ ਹਾਂ ਕਿ ਜਦੋਂ ਸੱਚੇ ਪਿਤਾ ਬਾਣੀ ਦਾ ਸੰਭਿਆ ਲਿਖਾ ਰਹੇ ਸਨ ਮਨੀ ਸਿੰਘ ਜੀ ਉਹਨਾਂ ਕੋਲੋਂ, ਭਾਈ ਦੀਪ ਸਿੰਘ ਜੀ ਉਹਨਾਂ ਕੋਲੋਂ, ਬਾਬਾ ਦੀਪ ਸਿੰਘ ਜੀ ਉਹਨਾਂ ਕੋਲ, ਕਹਿੰਦੇ ਹਨ ਕਿ ਲਿਖਦੇ ਜਦੋਂ ਇਹ ਪੰਕਤੀ ਆਈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਕਹਿੰਦੇ ਹਨ ਕਿ ਜੇ ਤੈਨੂੰ ਪ੍ਰੇਮ ਦੀ ਖੇਡਣ ਦਾ ਸ਼ੌਕ ਹੈ ਤਾਂ ਇਸ ਗਲੀ ਵਿੱਚ ਸਿਰ ਤਲੀ ਤੇ ਧਰ ਕੇ ਆਓ। ਭਾਈ ਮਨੀ ਸਿੰਘ ਜੀ ਲਿਖਦੇ ਹਨ ਅਤੇ ਕਲਗੀਆਂ ਵਾਲੇ ਸੱਚੇ ਪਿਤਾ ਉਚਾਰਦੇ ਹਨ ਇਹ ਬਚਨ ਗੁਰੂ ਨਾਨਕ ਦੇਵ ਜੀ ਦੇ ਸ਼ਲੋਕ ਮਹਿਲਾ ਪਹਿਲਾ ਵਾਰ ਦੇ ਵਧੀਕ ਵਿੱਚ ਲਿਖਿਆ ਹੈ। ਬਾਬਾ ਦੀਪ ਸਿੰਘ ਕੋਲ ਬੈਠੇ ਸਨ। ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਦੀ ਉਮਰ ਉਸ ਵੇਲੇ 25-26 ਸਾਲ ਦੀ ਸੀ ਜਦੋਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗਿਆ। ਬਾਬਾ ਦੀਪ ਜੀ ਨੇ ਸਤਿਗੁਰਾਂ ਨੂੰ ਪੁੱਛਦੇ ਹਨ, ਸੱਚੇ ਪਿਤਾ, ਗਰੀਬ ਨਿਵਾਜ, ਐਸਾ ਹੋ ਸਕਦਾ ਹੈ? ਕੋਈ ਐਸਾ ਇਨਸਾਨ ਆਪਣਾ ਸਰੀਰ ਤਲੀ ਤੇ ਰੱਖ ਕੇ ਕਿਸ ਤਰ੍ਹਾਂ ਤੁਰੇਗਾ? ਸੀਸ ਕਿਸ ਤਰ੍ਹਾਂ ਕੱਟਿਆ ਜਾਵੇਗਾ? ਉਹ ਕਿਸ ਤਰ੍ਹਾਂ ਅੱਗੇ ਵਧੇਗਾ? ਬਹੁਤ ਔਖਾ ਹੈ। ਕਲਗੀਆਂ ਵਾਲੇ ਪਿਤਾ ਜੀ ਨੇ ਬਾਬਾ ਦੀਪ ਸਿੰਘ ਜੀ ਵੱਲ ਵੇਖਦੇ ਮੁਸਕਰਾ ਕੇ ਕਹਿੰਦੇ ਹਨ ਕਿ ਦੀਪ ਸਿੰਘ, ਸਮਾਂ ਆਵੇਗਾ, ਇਹ ਬਚਨ ਅਸੀਂ ਤੇਰੇ ਕੋਲੋਂ ਪੂਰਾ ਕਰਾਵਾਂਗੇ। 10ਵੇਂ ਪਾਤਸ਼ਾਹ ਦਾ ਵਰ, ਸਤਿਗੁਰ ਦਾ ਬਚਨ ਸੱਚ ਹੋਇਆ। ਦੁਨੀਆ ਵਿੱਚ ਅਨੋਖਾ ਕ੍ਰਿਸ਼ਮਾ ਵਰਤਿਆ। ਬਾਬਾ ਦੀਪ ਸਿੰਘ ਜੀ ਦਾ ਸੀਸ ਉਹਨਾਂ ਨੇ ਆਪਣਾ ਤਲੀ ਤੇ ਰੱਖ ਕੇ, ਖੰਡਾ ਹੱਥ ਵਿੱਚ ਫੜ ਕੇ, ਜੰਗ ਵਿੱਚ ਜੂਝਦੇ ਹੋਏ, ਦੁਸ਼ਮਣਾਂ ਨੂੰ ਮਾਰਦੇ ਹੋਏ, ਆਪਣਾ ਸੀਸ ਹਰਿਮੰਦਰ ਸਾਹਿਬ ਦੇ ਪਰਿਕਰਮਾ ਵਿੱਚ ਆ ਕੇ ਉਹਨਾਂ ਨੇ ਸੀਸ ਭੇਟ ਕਰ ਦਿੱਤਾ। ਵਾਹਿਗੁਰੂ, ਇਹ ਜੋ ਬਚਨ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆ, ਉਹਨਾਂ ਨੇ ਇਹ ਬਚਨ ਪੂਰੇ ਕਰ ਦਿੱਤੇ ਹਨ। ਇਸ ਤਰ੍ਹਾਂ ਕਿਉਂਕਿ ਭਾਜੀ ਉਹਨਾਂ ਨੇ ਗੁਰਬਾਣੀ ਦੀ ਤੁਕ ਸ਼ੁਰੂ ਕੀਤੀ, ਮੈਂ ਇਸ ਦੇ ਨਾਲ ਮੈਂ ਕਿਹਾ ਕਿ ਇਹ ਨਾਲ ਟੁਕਮਾ ਜਿਹਾ ਥੋੜਾ ਜਿਹਾ ਜਿਸ ਤਰ੍ਹਾਂ ਵੀ ਸੀਗਾ ਇਤਿਹਾਸ ਵਿੱਚ ਲਿਖਿਆ ਹੈ, ਪੜ੍ਹਿਆ ਹੈ, ਦੱਸਿਆ ਗਿਆ ਹੈ। ਇਸ ਦੇ ਨਾਲ ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਹੁਣ ਜਦੋਂ 18 ਸਾਲ ਦੇ ਸਨ, ਅਨੰਦਪੁਰ ਸਾਹਿਬ ਜਾ ਕੇ ਸੱਚੇ ਪਿਤਾ ਕਲਗੀਆਂ ਵਾਲਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਇਹਨਾਂ ਨੇ ਅੰਮ੍ਰਿਤ ਪਾਨ ਕੀਤਾ, ਜਿਸ ਦੇ ਨਾਲ ਕਹਿੰਦੇ ਹਨ ਕਿ ਉੱਥੇ ਗੁਰੂ ਜੀ ਵੱਲ ਦੇਖਦੇ ਕਹਿੰਦੇ ਹਨ ਇੱਕ ਦਿਨ ਜਦੋਂ ਜਾ ਰਹੇ ਸਨ, ਬੈਠੇ ਸਨ ਸੱਚੇ ਪਿਤਾ ਦੇ ਦਰਬਾਰ ਵਿੱਚ, ਇੱਕ ਟੱਕ ਬਾਬਾ ਦੀਪ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲ ਤੱਕਦੇ ਰਹੇ। ਗੁਰੂ ਗੋਬਿੰਦ ਸਿੰਘ ਨੇ ਪੁੱਛਿਆ, ਕਾਕਾ ਕੀ ਨਾਮ ਹੈ? ਉਦੋਂ ਕਹਿੰਦਾ ਸੀ, ਮੇਰਾ ਨਾਮ ਦੀਪ ਹੈ, ਪਰ ਕਲਗੀਆਂ ਵਾਲਿਆਂ ਦਾ ਅੰਮ੍ਰਿਤ ਛਕ ਕੇ ਦੀਪ ਸਿੰਘ ਨਾਮ ਰੱਖਿਆ ਗਿਆ। ਕਹਿੰਦੇ ਹਨ ਕਿ ਗੁਰੂ ਦੀਆਂ ਫੌਜਾਂ ਦੇਖ ਕੇ ਇੰਨਾ ਮਨ ਪਸੰਦ ਹੋਇਆ ਬਾਬਾ ਦੀਪ ਸਿੰਘ ਜੀ ਦਾ ਕਿ ਅਨੰਦਪੁਰ ਰਹਿ ਕੇ ਹੀ ਕਹਿੰਦੇ ਕਿ ਮੈਂ ਅੱਜ ਇੱਥੇ ਹੀ ਰਹਿਣਾ ਹੈ, ਘਰ ਨਹੀਂ ਜਾਣਾ। ਲੰਗਰਾਂ ਦੀ ਸੇਵਾ ਕੀਤੀਆਂ, ਫੌਜੀਆਂ ਦੇ ਨਾਲ ਦੇਖ ਕੇ ਉਹਨਾਂ ਦੇ ਨਾਲ ਸਿੱਖਿਆ ਕੀਤੀਆਂ, ਰਹਿ ਕੇ ਬਾਬਾ ਦੀਪ ਸਿੰਘ ਜੀ ਨੇ ਬਹੁਤ ਉੱਥੇ ਸਾਰਾ ਕੁਝ ਸਿੱਖਿਆ। ਕਹਿੰਦੇ ਹਨ ਕਿ ਪੜ੍ਹਾਈ ਲਿਖਾਈ, ਸ਼ਸਤਰ, ਪੰਜਾਬੀ,
ਫਾਰਸੀ, ਸੰਸਕ੍ਰਿਤੀ ਸਭ ਕੁਝ ਬਾਬਾ ਦੀਪ ਸਿੰਘ ਜੀ ਨੇ ਸਿੱਖਿਆ ਉੱਥੇ। ਬਾਬਾ ਦੀਪ ਸਿੰਘ ਜੀ ਕਹਿੰਦੇ ਲਿਖਾਈ ਬਹੁਤ ਸੁੰਦਰ ਸੀ, ਸ਼ਸਤਰ ਵਿੱਚ ਵੀ ਮਾਹਰ ਸਨ। ਸੋ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਵੀ ਕਾਫੀ ਸਾਲ 2-3 ਸਾਲ ਰਹੇ ਉੱਥੇ। ਸੋ ਇਸ ਤੋਂ ਬਾਅਦ ਕਹਿੰਦੇ ਹਨ ਕਿ ਜਿਸ ਤਰ੍ਹਾਂ ਸਮਾਂ ਲੰਘਦਾ ਗਿਆ, ਸਮਾਂ ਹੁੰਦਾ ਗਿਆ ਕਿ ਉਧਰ ਅਨੰਦਪੁਰ ਸਾਹਿਬ ਦਾ ਸੱਚੇ ਪਿਤਾ ਉਹਨਾਂ ਨੂੰ ਕਿਲਾ ਛੱਡਣਾ ਪਿਆ, ਕਿਉਂਕਿ ਇਹ ਜੋ ਮਹੀਨਾ ਚੱਲ ਰਿਹਾ ਹੈ, ਉਹ ਦਾ ਮਹੀਨਾ ਹੁਣ ਆਉਣਾ ਹੈ, ਐਤਵਾਰ ਤੋਂ ਚੜ੍ਹਨਾ ਹੈ, ਠੰਡ ਦਾ ਮਹੀਨਾ। ਇਸ ਤੋਂ ਕਿਸ ਤਰ੍ਹਾਂ ਸੱਚੇ ਪਿਤਾ ਨੇ ਅਨੰਦਪੁਰ ਸਾਹਿਬ ਛੱਡਿਆ, ਉਸ ਤੋਂ ਬਾਅਦ ਪਰਿਵਾਰ ਵਿਛੋੜਾ ਜੋ ਵੀ ਆਪਾਂ ਅਗਲਾ ਪ੍ਰੋਗਰਾਮ ਕਰਾਂਗੇ। ਕਹਿੰਦੇ ਹਨ ਕਿ ਖੇਰੂ ਖੇਰੂ ਹੋ ਗਿਆ। ਤਾਂ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਕਿਹਾ ਸੀ ਕਿ ਮਾਤਾ ਸੁੰਦਰੀ ਜੀ ਨੂੰ ਉਹਨਾਂ ਨੂੰ ਜਾ ਕੇ ਤੁਸੀਂ ਦਿੱਲੀ ਲੈ ਕੇ ਜਾਓ। ਇਸ ਤਰ੍ਹਾਂ ਲੈ ਕੇ ਉਹਨਾਂ ਨੂੰ ਪਰ ਇੱਕ ਦਿਨ ਸੁਨੇਹਾ ਆਇਆ, ਭਾਈ ਸ਼ੇਰ ਸਿੰਘ ਅਤੇ ਭਾਈ ਦੀਪ ਸਿੰਘ ਕੋਲ ਆਏ। ਕਹਿੰਦੇ ਹਨ ਕਿ ਗੁਰੂ ਜੀ ਨੇ ਤੁਹਾਨੂੰ ਸਾਬੋ ਕੀ ਤਲਵੰਡੀ ਬੁਲਾਇਆ ਹੈ। ਫਿਰ ਸੱਚੇ ਪਿਤਾ ਦਾ ਹੁਕਮ ਮੰਨ ਕੇ ਸਾਬੋ ਕੀ ਤਲਵੰਡੀ ਆ ਗਏ ਹਨ। ਕਹਿੰਦੇ ਹਨ ਕਿ ਉਦੋਂ ਉਮਰ 20-22 ਸਾਲ ਦੀ ਸੀ। ਬਾਬਾ ਦੀਪ ਸਿੰਘ ਜੀ ਇੱਕ ਸਿਆਣੇ, ਵਿਦਵਾਨ ਤੇ ਸੂਰਬੀਰ ਸੈਨਿਕ ਬਣ ਚੁੱਕੇ ਸਨ। ਇੱਕ ਪਾਸੇ ਤਾਂ ਆਪ ਸਿੱਖ ਸੰਗਤ ਅੰਦਰ ਪਾਵਨ ਗੁਰਬਾਣੀ ਦਾ ਗਿਆਨ ਕਰਾਉਂਦੇ ਸਨ ਅਤੇ ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖਾਂ ਵਿੱਚ ਨਵਾਂ ਧਾਰਮਿਕ ਜੋਸ਼ ਭਰਦੇ ਸਨ। ਦੂਸਰੇ ਪਾਸੇ ਆਪ ਸਿੰਘ ਸੂਰਮਿਆਂ ਦੇ ਜੱਥੇ ਤਿਆਰ ਕਰਕੇ ਲੋੜ ਸਮੇਂ ਮੈਦਾਨੇ ਜੰਗ ਵਿੱਚ ਜਾ ਕੇ ਜੈਕਾਰੇ ਬੁਲਾਉਂਦੇ ਸਨ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡਣ ਉਪਰੰਤ ਵੱਖ-ਵੱਖ ਸਥਾਨਾਂ ਰਾਹੀਂ ਹੁੰਦੇ ਹੋਏ ਦਮਦਮਾ ਸਾਹਿਬ, ਤਲਵੰਡੀ ਸਾਬੋ, ਕਿਲਾ ਬਠਿੰਡਾ ਵਿੱਚ ਪਹੁੰਚੇ ਸਨ। ਇਸ ਪਾਵਨ ਅਸਥਾਨ ਤੇ ਬਾਬਾ ਦੀਪ ਸਿੰਘ ਜਦੋਂ ਆਏ ਹਨ, ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਨ। ਆਪ ਜੀ ਇੱਕ ਮਹਾਨ ਕੀਰਤਨੀਏ ਤੇ ਵਧੀਆ ਲਿਖਾਰੀ ਵੀ ਸਨ। ਸੋ ਇਸ ਤਰ੍ਹਾਂ ਕਹਿੰਦੇ ਹਨ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ ਦੀ ਤਿਆਰੀ ਦਾ ਕੰਮ ਸ਼ੁਰੂ ਕੀਤਾ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਦਸਮ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਲਿਖਾਰੀ ਦਾ ਕੰਮ ਕਰਦੇ ਸਨ। ਗੁਰੂ ਪਾਤਸ਼ਾਹ ਤੋਂ ਜਦੋਂ ਦੱਖਣ ਵੱਲ ਜਾਣ ਲੱਗੇ, ਬਾਬਾ ਦੀਪ ਸਿੰਘ ਜੀ ਨੂੰ ਗੁਰੂ ਦੀ ਕਾਂਸੀ, ਜਿਹੜੀ ਕਿ ਗੁਰੂ ਕੀ ਕਾਂਸੀ ਦਮਦਮਾ ਸਾਹਿਬ ਦੇ ਅਸਥਾਨ ਦੀ ਸੇਵਾ ਸੰਭਾਲ ਦਿੱਤੀ ਅਤੇ ਗੁਰਬਾਣੀ ਪੜ੍ਹਨ, ਪੜ੍ਹਾਉਣ ਦੇ ਲਿਖਾਉਣ ਦੀ ਸੇਵਾ ਨਿਯਮ ਕਰ ਦਿੱਤਾ ਇਹਨਾਂ ਨੂੰ। ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਸਹਿਤ ਨਿਭਾਈ। ਕਹਿੰਦੇ ਹਨ ਕਿ ਆਪ ਖੁਦ ਗੁਰਬਾਣੀ ਦੇ ਅਭਿਲਾਸ਼ੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਕਾਰਜ ਕਰਦੇ ਰਹੇ ਅਤੇ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਾਉਂਦੇ ਰਹੇ। ਇਸ ਸਮੇਂ ਦੇ ਦੌਰਾਨ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 4 ਬੀੜਾਂ ਦਾ ਆਪਣੇ ਹੱਥੀਂ ਉਤਾਰਾ ਕੀਤਾ। ਕਿਹਾ ਜਾਂਦਾ ਹੈ ਕਿ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਵੱਡੇ ਸਿੱਖ ਵਿਦਵਾਨ ਸਨ। ਇਸ ਤਰ੍ਹਾਂ ਕਹਿੰਦੇ ਹਨ ਕਿ ਦਮਦਮਾ ਸਾਹਿਬ ਵਿਖੇ ਜਿੱਥੇ ਸੱਚੇ ਪਿਤਾ ਨੇ ਰਹਿ ਕੇ ਕਹਿੰਦੇ ਹਨ ਕਿ ਕਿੰਨੀ ਬੰਦਗੀ ਕੀਤੀ ਬਾਬਾ ਦੀਪ ਸਿੰਘ ਜੀ ਉਹਨਾਂ ਨੇ। ਇੱਕ ਭੋਰੇ ਵਿੱਚ ਉਹਨਾਂ ਨੇ ਜਾ ਕੇ ਬੰਦਗੀ ਕਰਦੇ ਸਨ। 101 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦੇ ਸਨ। ਬਾਬਾ ਜੀ ਸਾਬੋ ਕੀ ਤਲਵੰਡੀ ਭੋਰਾ ਸਾਹਿਬ ਵਿਖੇ ਇੱਕ ਪਾਸੇ ਕਹਿੰਦੇ ਹਨ ਕਿ ਜਿਨ੍ਹਾਂ ਸੰਗਤਾਂ ਨੇ ਭੋਰਾ ਸਾਹਿਬ ਦੇ ਦਰਸ਼ਨ ਕੀਤੇ ਹਨ, ਦਮਦਮਾ ਸਾਹਿਬ, ਕਹਿੰਦੇ ਹਨ ਕਿ ਇੱਕ ਪਾਸੇ ਪਾਣੀ ਦਾ ਗੜਵਾ ਸੀ ਤੇ ਇੱਕ ਪਾਸੇ ਛੋਲੇ ਭੁੰਨੇ ਹੋਏ ਰੱਖੇ ਹੁੰਦੇ ਸਨ। ਬਸ ਥੋੜੇ ਛੋਲੇ ਚੱਬ ਲੈਣੇ, ਪਾਣੀ ਪੀ ਲੈਣਾ। ਇਹ ਬੰਦਗੀ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਉਸ ਭੋਰੇ ਵਿੱਚ ਬੈਠ ਕੇ ਬਹੁਤ ਕੀਤੀ। ਇਸ ਦੇ ਨਾਲ ਨਾਲ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਨਾਲ ਇੰਨਾ ਪ੍ਰੇਮ ਸੀ ਕਿ ਆਪਣੇ ਸ਼ਸਤਰਾਂ ਤੇ ਗੁਰਬਾਣੀ ਲਿਖਾਈ ਉਹਨਾਂ ਨੇ। ਅੱਜ ਵੀ ਕਹਿੰਦੇ ਹਨ ਕਿ ਅਕਾਲ ਤਖਤ ਦੀ ਜਦੋਂ ਜਾਈਦਾ ਨਾ, ਉੱਥੇ ਦਰਸ਼ਨ ਕਰਾਉਂਦੇ ਹਨ ਰਹਿਰਾਸ ਸਾਹਿਬ ਤੋਂ ਬਾਅਦ। ਜਿਹੜੇ ਬਾਬਾ ਜੀ ਦੇ ਸ਼ਸਤਰ ਜਿਹੜੇ ਹੱਥਾਂ ਨਾਲ ਉਹਨਾਂ ਨੇ ਆਪਣੇ ਹੱਥਾਂ ਨਾਲ ਲਿਖਾਈ ਲਿਖੀ ਹੋਈ ਹੈ, ਸਭ ਦਿਖਾਉਂਦੇ ਹਨ। ਸੋ ਇਹ ਬਾਬਾ ਦੀਪ ਸਿੰਘ ਜੀ ਜੋ ਪੋਥੀਆਂ ਉੱਠ ਕੇ ਸਾਹਿਬ ਹੱਥੀਂ ਲਿਖ ਕੇ ਸੰਗਤਾਂ ਨੂੰ ਵੰਡਦੇ ਸਨ, ਗੁਰਬਾਣੀ ਨਾਲ ਜੋੜਦੇ ਸਨ। ਸੋ ਇਸ ਤਰ੍ਹਾਂ ਕਰਦੇ ਕਰਦੇ ਸਮਾਂ ਆਉਂਦਾ ਹੈ, ਕਹਿੰਦੇ ਹਨ ਕਿ ਉਸ ਸਮੇਂ ਜਦੋਂ ਕਿ ਸਿੱਖਾਂ ਤੇ ਭੀੜ ਪਈ ਹੈ, ਸਿੱਖਾਂ ਤੇ ਇਹ ਜੋ ਅਬਦਾਲੀ ਸੀਗਾ, ਜਿਹੜਾ ਸਿੱਖਾਂ ਦੇ ਲੁੱਟ ਮਾਰ ਕਰਦਾ ਸੀਗਾ, ਧੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸਨ। ਪਰ ਬਾਬਾ ਦੀਪ ਸਿੰਘ ਜੀ ਹੁਣੀ ਰਾਤੋਂ ਰਾਤ ਜੰਗਲਾਂ ਵਿੱਚ ਰਹਿੰਦੇ ਸਨ। ਸਿੱਖ ਘੋੜਿਆਂ ਤੇ ਰਹਿੰਦੇ ਸਨ, ਕਾਠੀਆਂ ਤੇ ਸੌਂਦੇ ਸਨ, ਚਾਦਰਾਂ ਵਿਛਾ ਕੇ ਦਰਖਤਾਂ ਦੇ ਉੱਤੇ ਤੰਬੂ ਬਣਾ ਲੈਂਦੇ ਸਨ। ਇਹ ਸਿੱਖ ਰਾਤੋਂ ਰਾਤ ਜਾ ਕੇ ਅਬਦਾਲੀ ਤੋਂ ਇਹ ਜੋ ਲੁੱਟਿਆ ਹੋਇਆ ਮਾਲ, ਲੁੱਟੀਆਂ ਹੋਈਆਂ ਇੱਜ਼ਤਾਂ ਬਚਾ ਕੇ
ਘਰੋਂ ਘਰੀ ਪਹੁੰਚਾਉਂਦੇ ਸਨ। ਇਹ ਸਮਾਂ ਐਸਾ ਸੀ ਉਸ ਵੇਲੇ ਦਾ। ਕਹਿੰਦੇ ਹਨ ਕਿ ਭਾਈ ਦੀਪ ਸਿੰਘ ਜੀ ਹੁਣੀ ਇੱਕ ਵਾਰੀ ਗੱਲ ਹੈ ਕਿ ਪਤਾ ਲੱਗਿਆ ਕਿ ਆਪਣਾ ਹਰਿਮੰਦਰ ਸਾਹਿਬ ਬਹੁਤ ਖਤਰੇ ਵਿੱਚ ਹੈ। ਅੰਮ੍ਰਿਤਸਰ ਮੱਸਾ ਰੰਗੜ ਸੀ ਜਿਹੜਾ ਕਿ ਉਸਨੇ ਸਾਂਭ ਕੇ ਰੱਖਿਆ ਹੋਇਆ ਸੀ। ਮੱਸੇ ਰੰਗੜ ਨੇ ਅੰਮ੍ਰਿਤਸਰ ਨੂੰ ਘੇਰਾ ਪਾਇਆ ਹੋਇਆ ਸੀ। ਸੋ ਮੱਸੇ ਰੰਗੜ ਨੂੰ ਸੱਚੇ ਪਾਤਸ਼ਾਹ ਨੇ ਕਹਿੰਦੇ ਹਨ ਕਿ ਦਰਬਾਰ ਸਾਹਿਬ ਵਿੱਚ ਐਸਾ ਕਬਜ਼ਾ ਸੀ ਕਿ ਉੱਥੇ ਕੋਈ ਸਿੱਖ ਜਾ ਨਹੀਂ ਸਕਦਾ ਸੀ, ਕੋਈ ਸਿੱਖ ਅੰਦਰ ਜਾ ਨਹੀਂ ਸਕਦਾ ਸੀ। ਉਸਨੇ ਉੱਥੇ ਪਲੰਘ ਵਿਛਾ ਕੇ ਜੋ ਵੀ ਕੰਮ ਕਰਦੇ ਸਨ, ਜਿਹੜੇ ਕਿ ਅਸੀਂ ਹੁਣ ਨਹੀਂ ਲੈ ਸਕਦੇ ਨਾਮ ਉਹਨਾਂ ਦੇ, ਕਹਿੰਦੇ ਹਨ ਕਿ ਬਹੁਤ ਬੇਅਦਬੀ ਅੰਮ੍ਰਿਤਸਰ ਵਿੱਚ ਹੋ ਰਹੀ ਸੀ। ਇਸ ਦੇ ਵਿੱਚ ਬਾਬਾ ਦੀਪ ਸਿੰਘ ਜੀ ਹੁਣੀ ਬਹੁਤ ਗੁੱਸੇ ਹੋਏ, ਬਹੁਤ ਕ੍ਰੋਧ ਆਇਆ ਅਤੇ ਕਹਿੰਦੇ ਹਨ ਕਿ ਅਸੀਂ ਮੱਸੇ ਰੰਗੜ ਨੂੰ ਸਬਕ ਸਿਖਾਉਣਾ ਹੈ ਕੋਈ ਸਿੱਖ ਜਿਹੜਾ ਕਿ ਜਾਵੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਵੇ। ਇਸੇ ਨਾਲ ਕਹਿੰਦੇ ਹਨ ਕਿ ਸਿੱਖਾਂ ਦਾ ਜੋਸ਼ ਜੋ ਕਿ ਅੰਮ੍ਰਿਤਪਾਨ ਕਰਕੇ ਉਹ ਸਰੋਵਰ ਵਿੱਚ ਇਸ਼ਨਾਨ ਕਰਦੇ ਸਨ, ਇਹ ਅਬਦਾਲੀ ਵਰਗੇ ਸਮਝਦੇ ਸਨ ਕਿ ਜੋ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ ਪਤਾ ਨਹੀਂ ਗਿੱਦੜਾਂ ਤੋਂ ਸ਼ੇਰ ਬਣ ਜਾਂਦੇ ਹਨ। ਇਹ ਸਰੋਵਰ ਨੂੰ ਭਰ ਦਿਓ, ਪੂਰ ਦਿਓ ਇਸ ਨੂੰ। ਸੋ ਇਸ ਕਰਕੇ ਕਹਿੰਦੇ ਹਨ ਕਿ ਅੰਮ੍ਰਿਤਸਰ ਭਾਈ ਸੁੱਖਾ ਜੀ ਅਤੇ ਭਾਈ ਮਹਿਤਾਬ ਜੀ ਉਹਨਾਂ ਨੇ ਅੰਮ੍ਰਿਤਸਰ ਉਹਨਾਂ ਨੇ ਕਿਹਾ ਕਿ ਅਸੀਂ ਜਾਵਾਂਗੇ। ਇਸ ਤਰ੍ਹਾਂ ਜਾਂਦੇ ਹਨ, ਥੈਲੀਆਂ ਵਿੱਚ ਪੱਥਰ ਪਾ ਕੇ ਲੈ ਜਾਂਦੇ ਹਨ। ਜਦੋਂ ਅੰਦਰ ਜਾਂਦੇ ਹਨ ਤਾਂ ਮੱਸਾ ਰੰਗੜ ਸਮਝਦਾ ਹੈ ਕਿ ਥੈਲੀਆਂ ਵਿੱਚ ਪਤਾ ਨਹੀਂ ਪੈਸੇ ਰੁਪਏ ਲੈ ਕੇ ਆਏ ਹਨ, ਔਰ ਅੰਦਰ ਗਏ ਹਨ। ਹੌਲੀ ਹੌਲੀ ਮੌਕਾ ਦੇਖ ਕੇ ਉਹਨਾਂ ਨੇ ਮੱਸੇ ਰੰਗੜ ਦਾ ਨੇਜੇ ਨਾਲ ਕਹਿੰਦੇ ਹਨ ਕਿ ਉਸਦਾ ਸਿਰ ਵੱਢ ਕੇ ਉਹਨਾਂ ਨੇ ਨੇਜੇ ਉੱਤੇ ਪਰੋ ਕੇ ਬਾਹਰ ਲੈ ਕੇ ਆਏ ਸਨ। ਇਹ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਜਿਹੜੀ ਕਿ ਸ਼ਕਤੀ ਇਹਨਾਂ ਸਿੱਖਾਂ ਨੂੰ ਦਿੱਤੀ ਗਈ ਸੀ ਕਿ ਅੰਮ੍ਰਿਤਪਾਨ ਕਰਾ ਕੇ ਇਹਨਾਂ ਸਿੱਖਾਂ ਨੂੰ ਗਿੱਦੜੋਂ ਸ਼ੇਰ ਬਣਾਇਆ ਗਿਆ ਸੀ। ਇਸ ਦੇ ਨਾਲ ਕਹਿੰਦੇ ਹਨ ਕਿ ਇਸ ਤਰ੍ਹਾਂ ਕਰਦੇ ਕਰਦੇ ਹੌਲੀ 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 ਸਿੱਖਾਂ ਤੇ ਬਹੁਤ ਜ਼ੁਲਮ ਹੋਣ ਲੱਗ ਗਏ। ਜ਼ੁਲਮ ਹੁੰਦੇ ਸਨ, ਐਸੇ ਜ਼ੁਲਮ ਕਿ ਸਿੱਖਾਂ ਨੂੰ ਮਾਰਿਆ ਜਾਂਦਾ ਸੀ। ਬਾਬਾ ਦੀਪ ਸਿੰਘ ਜੀ ਉਹਨਾਂ ਨੇ ਇਹ ਸਹਾਰ ਨਹੀਂ ਸਕੇ ਕਿ ਸਾਡਾ ਅੰਮ੍ਰਿਤਸਰ ਜੋ ਕਿ ਗੁਰੂ ਰਾਮਦਾਸ ਦੀ ਨਗਰੀ, ਉਸ ਤੇ ਐਸਾ ਜੋ ਇਹ ਚੱਲ ਰਿਹਾ ਸੀਗਾ, ਇਸ ਨੂੰ ਰੋਕਣਾ ਚਾਹੀਦਾ ਹੈ। ਸੋ ਇਸ ਦੇ ਨਾਲ ਕਰਦੇ ਕਰਦੇ ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਉਹਨਾਂ ਨੇ ਸਾਰਿਆਂ ਸਿੱਖਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਆ ਕੇ ਆਪਣਾ ਜੋ ਵੀ ਹੈ ਸਾਨੂੰ ਸਾਂਭਣਾ ਚਾਹੀਦਾ ਹੈ। ਇਸ ਦੇ ਨਾਲ ਕਹਿੰਦੇ ਹਨ ਕਿ ਉੱਥੇ ਮਿਸਲਾਂ ਬਣ ਗਈਆਂ ਸਨ। ਮਿਸਲਾਂ 17ਵੀਂ ਈਸਵੀ ਵਿੱਚ ਸਮੁੱਚਾ ਖਾਲਸਾ ਪੰਥ ਜੰਗਲਾਂ ਤੇ ਪਹਾੜਾਂ ਵਿੱਚ ਬਾਹਰ ਆ ਕੇ ਇੱਕ ਰੂਪ ਵਿੱਚ ਇਕੱਤਰ ਹੋਇਆ। ਖਾਲਸਾ ਪੰਥ ਦੀਆਂ ਸਮੁੱਚੀਆਂ ਜਥੇਦਾਰੀਆਂ ਨੂੰ ਇਕੱਤਰ ਕਰਕੇ 12 ਮਿਸਲਾਂ ਅੰਦਰ ਵੰਡਿਆ ਗਿਆ, ਜਿਸ ਦੇ 12 ਮੁੱਖ ਜਥੇਦਾਰ ਰੱਖੇ ਗਏ। ਇਹਨਾਂ ਮਿਸਲਾਂ ਵਿੱਚ ਇੱਕ ਮਿਸਲ ਦਾ ਨਾਂ ਸੀ ਸ਼ਹੀਦ ਮਿਸਲ। ਬਾਬਾ ਦੀਪ ਸਿੰਘ ਜੀ ਦੀ ਇਹ ਸ਼ਹੀਦ ਮਿਸਲ ਦੇ ਮੁੱਖ ਜਥੇਦਾਰ ਸਨ। ਸੋ ਇਸ ਤਰ੍ਹਾਂ ਕਰਦੇ ਕਰਦੇ ਲੜਾਈਆਂ ਤਾਂ ਹੁੰਦੀਆਂ ਰਹੀਆਂ, ਪਰ ਅਹਿਮਦ ਸ਼ਾਹ ਜਿਹੜਾ ਸੀਗਾ ਉਹ ਸਿੱਖਾਂ ਦੇ ਸਖਤ ਵਿਰੋਧ ਸੀਗਾ ਕਿ ਸਿੱਖਾਂ ਨੂੰ ਮਾਰਨਾ ਹੀ ਮਾਰਨਾ ਹੈ। ਸੋ ਇਸ ਦੇ ਨਾਲ ਨਾਲ ਕਰਦੇ ਕਰਦੇ ਜੋ ਕਿ ਬਾਬਾ ਦੀਪ ਸਿੰਘ ਉਹਨਾਂ ਨੇ ਸਾਰਿਆਂ ਨੂੰ ਚਿੱਠੀਆਂ ਭੇਜੀਆਂ ਕਿ ਆ ਕੇ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਵੋ ਤਾਂ ਕਿ ਇਸ ਦਾ ਕੋਈ ਆਪਾਂ ਉਪਾਅ ਕੀਤਾ ਜਾਵੇ। ਇਸ ਦੇ ਨਾਲ ਕਹਿੰਦੇ ਹਨ ਕਿ ਗੁਰੂ ਜੀ ਨੇ ਸ਼ਹੀਦਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਇਕੱਠਾ ਕੀਤਾ। ਗੁਰਧਾਮਾਂ ਦੀ ਰੱਖਿਆ ਲਈ ਅਸੀਂ ਹੁਣ ਕਹਿੰਦੇ ਮੌਤ ਰਾਣੀ ਨੂੰ ਵਿਆਹੁਣ ਚੱਲੇ ਹਾਂ। ਜਿਹੜਾ ਵੀ ਸਾਡੀ ਜੰਗ ਵਿੱਚ ਆਉਣਾ ਚਾਹੇ ਉਹ ਸ਼ਹੀਦੀ ਗਾਨਾ ਬਣ ਕੇ ਆਵੇ। ਅਸੀਂ ਅੰਮ੍ਰਿਤਸਰ ਨੂੰ ਆਜ਼ਾਦ ਕਰਾਉਣਾ ਹੈ। ਸਿੱਖਾਂ ਵਿੱਚ ਬਹੁਤ ਜੋਸ਼ ਸੀ, ਸਾਰੇ ਆ ਗਏ। ਤਰਨ ਤਾਰਨ ਤੱਕ ਪੁੱਜਿਆ 10,000 ਸਿੱਖਾਂ ਦੀ ਫੌਜ ਇਕੱਠੀ ਹੋ ਗਈ। ਕਹਿੰਦੇ ਹਨ ਕਿ ਤਰਨ ਤਾਰਨ ਦੇ ਗੁਰਦੁਆਰੇ ਪਹੁੰਚੇ ਹਨ, ਸਾਰਿਆਂ ਨੇ ਇਸ਼ਨਾਨ ਕੀਤਾ ਹੈ, ਗੁਰਦੁਆਰੇ ਮੱਥਾ ਟੇਕਿਆ ਹੈ, ਅਰਦਾਸ ਕੀਤੀ ਹੈ। ਫਿਰ ਬਾਬਾ ਦੀਪ ਸਿੰਘ ਜੀ ਨੇ ਗੁਰਦੁਆਰੇ ਤੋਂ ਬਾਹਰ ਆ ਕੇ ਇੱਕ ਲਕੀਰ ਖਿੱਚੀ ਹੈ ਅਤੇ ਕਿਹਾ ਹੈ ਕਿ ਜਿਸ ਸਿੱਖ ਨੇ ਸ਼ਹੀਦੀ ਪਾਵਨ ਕਰਨੀ ਹੈ ਉਹ ਇਸ ਲਕੀਰ ਨੂੰ ਪਾਰ ਕਰ ਜਾਵੇ, ਬਾਕੀ ਜਿਨ੍ਹਾਂ ਨੇ ਨਹੀਂ ਜਾਣਾ ਉਹ ਨਾ ਜਾਓ। ਪਰ ਕਹਿੰਦੇ ਹਨ ਕਿ ਸਾਰੇ ਸਿੱਖਾਂ ਨੇ ਉਹ ਲਕੀਰ ਪਾਰ ਕੀਤੀ। ਉੱਥੇ ਅੱਜ ਕੱਲ੍ਹ ਕਹਿੰਦੇ ਹਨ ਕਿ ਗੁਰਦੁਆਰਾ ਸਾਹਿਬ ਲਲਕਾਰਾ ਗੁਰਦੁਆਰਾ ਸਾਹਿਬ ਹੈ ਉਸਦਾ ਨਾਮ। ਸੋ ਇਹ ਜੋ ਸ਼ਹੀਦੀਆਂ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਅਗਲੀ ਸਾਖੀ ਜਿਹੜੀ ਹੈ ਇਸ ਤਰ੍ਹਾਂ ਹੌਲੀ ਹੌਲੀ ਆਪਾਂ ਕਰਾਂਗੇ ਕਿਸ ਤਰ੍ਹਾਂ ਉਹਨਾਂ ਨੇ ਅੰਮ੍ਰਿਤਸਰ ਪਹੁੰਚ ਕੇ ਉਸ ਦਰਬਾਰ ਸਾਹਿਬ ਪਹੁੰਚ ਕੇ ਆਪਣਾ ਸੀਸ ਭੇਟ ਕੀਤਾ। ਆਓ ਭਾਜੀ ਹੁਣ ਤੁਸੀਂ ਆਓ, ਅੱਗੇ ਹੋਰ ਆਪਾਂ ਵਿਚਾਰ ਕਰਾਂਗੇ। ਵਾਹ ਜੀ ਵਾਹ, ਵਾਹ ਜੀ ਵਾਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਅੱਜ ਅਸੀਂ ਬਾਬਾ ਦੀਪ ਸਿੰਘ ਜੀ ਦਾ 263ਵਾਂ
ਸ਼ਹੀਦੀ ਦਿਵਸ ਮਨਾ ਰਹੇ ਹਾਂ। ਸੁਣਿਆ ਕਿ ਸੰਗਤ ਦਾ ਬੜਾ ਅਸਰ ਹੁੰਦਾ ਹੈ। ਅਕਸਰ ਬੱਚੇ ਮਾਪਿਆਂ ਦਾ ਉਹਨਾਂ ਅਸਰ ਨਹੀਂ ਕਬੂਲਦੇ ਜਿੰਨਾ ਦੂਜਿਆਂ ਦੀ ਕੰਪਨੀ ਦਾ ਪ੍ਰਵਾਨਦੇ ਹਨ। ਅੰਦਾਜ਼ਾ ਕਰੋ, ਜਿਸ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕੀਤੀ, ਉਹਨਾਂ ਦਾ ਜੀਵਨ ਇਹੋ ਜਿਹਾ ਸਰਬ ਸ੍ਰੇਸ਼ਟ ਹੋ, ਐਕਸੀਲੈਂਟ ਹੋ। ਗੁਰੂ ਸਾਹਿਬ ਦੇ ਸੂਰਮਗਤੀ ਵਾਲੇ ਬੋਲ ਬਾਲੇ ਸੁਣ ਕੇ ਉਹਨਾਂ ਦੇ ਡੌਲੇ ਫਰਕਦੇ ਹੋਣਗੇ। ਜ਼ਬਰਦਸਤ ਪ੍ਰੇਰਨਾ, ਇੰਸਪੀਰੇਸ਼ਨ ਦੇ ਨਾਲ ਨੌਜਵਾਨ ਦੀਪ ਸਿੰਘ ਦੇ ਸੀਨੇ ਵਿੱਚ ਅਗਨੀ ਪ੍ਰਚੰਡ ਹੁੰਦੀ ਹੋਊ। ਮੈਦਾਨੇ ਜੰਗ ਵਿੱਚ ਗੁਰੂ ਸਾਹਿਬ ਦੀ ਹਿਮਾਲਾ ਪਹਾੜ ਵਰਗੀ ਛਾਤੀ ਅਤੇ ਸ਼ੇਰਾਂ ਵਰਗਾ ਜਿਗਰਾ ਦੇਖ ਕੇ ਬਾਬਾ ਜੀ ਦੇ ਅੰਦਰ ਵੀ ਦੈਵੀ ਸ਼ਕਤੀ ਦਾ ਪ੍ਰਕਾਸ਼ ਹੁੰਦਾ ਹੋਊ। ਐਸੇ ਰੋਲ ਮਾਡਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੰਗੀ ਬਾਬਾ ਜੀ ਵੀ ਐਸੇ ਬਲਵਾਨ ਸੂਰਮੇ ਸਨ, ਜਿਨ੍ਹਾਂ ਸ਼ਖਸੀ ਆਜ਼ਾਦੀ ਅਤੇ ਧਰਮ ਦੀ ਆਜ਼ਾਦੀ, ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਖਾਤਰ ਹੱਸ-ਹੱਸ ਕੇ ਸ਼ਹੀਦੀ ਜਾਮ ਪੀਤਾ। ਸੱਚਮੁੱਚ ਪਾਰਸ ਨੇ ਲੋਹੇ ਨੂੰ ਸੋਨਾ ਕਰ ਦਿੱਤਾ ਸੀ। ਸੰਨ 1748 ਦੀ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਵਿੱਚ ਹੋਏ ਸਰਬੱਤ ਖਾਲਸਾ ਦੇ ਇਕੱਠ ਵਿੱਚ ਦਲ ਖਾਲਸਾ ਦੇ 65 ਜਥਿਆਂ ਨੂੰ 12 ਮਿਸਲਾਂ ਵਿੱਚ ਵੰਡਿਆ ਗਿਆ। ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੀ ਮਿਸਲ ਦੇ ਮੁਖੀਏ ਬਣੇ। ਇਹ ਬੜੀ ਦਿਲਚਸਪ ਅਤੇ ਵਰਣਨਯੋਗ ਗੱਲ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰਬੰਸ ਦੀ ਸ਼ਹੀਦੀ ਆਪਣੀ ਅੱਖੀਂ ਦੇਖੀ। ਮੇਰੇ ਉਸਤਾਦ ਜੀ ਰਿਟਾਇਰਡ ਪ੍ਰਿੰਸੀਪਲ ਡਾਕਟਰ ਇੰਦਰਜੀਤ ਸਿੰਘ ਵਾਸੂ ਆਪਣੀ ਕਿਤਾਬ ਗੁਰਮਤ ਸੰਪੂਰਨ ਜੀਵਨ ਦਾ ਮਾਰਗ ਸਫਾ 174 ਤੇ ਲਿਖਦੇ ਹਨ, ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰਬੰਸਦਾਨ ਐਸੇ ਵੀਰ ਰਸੀ ਕਰਤੱਵ ਹਨ, ਜਿਨ੍ਹਾਂ ਨਾਲ ਭਾਰਤ ਦੇ ਲੋਕਾਂ ਵਿੱਚੋਂ ਮੁਰਦੇਹਾਣੀ ਖਤਮ ਹੋ ਗਈ। ਗੁਰੂ ਸਾਹਿਬ ਨੇ ਮਾਨਵਤਾ ਦੀ ਖੁਸ਼ਹਾਲੀ ਦੇ ਸੁਪਨੇ ਸਾਕਾਰ ਕਰਨ ਲਈ ਖਾਲਸੇ ਦੀ ਜੁਝਾਰੂ ਜਥੇਬੰਦੀ ਤਿਆਰ ਕੀਤੀ। सरफरोशी की तमन्ना अब हमारे दिल में है, देखना है जोर कितना बाजुए कातिल में है। ਸਮਾਜਿਕ ਮਹਾਨਤਾ, ਭਾਈਚਾਰਕ ਏਕਤਾ, ਦੁਖੀ ਮਾਨਵਤਾ ਦੀ ਸੇਵਾ ਲਈ 1699 ਦੀ ਵਿਸਾਖੀ ਨੂੰ ਸਿੱਖਾਂ ਦੇ ਗੁਰਮੁਖ ਪੰਥ ਨੂੰ ਖਾਲਸਾ ਜੀ ਦੀ ਜੁਝਾਰੂ ਜਥੇਬੰਦੀ ਬਣਾ ਦਿੱਤਾ। ਖਾਲਸਾ ਦੀ ਸਿਰਜਣਾ ਮੁਗਲ ਹਕੂਮਤ ਦੇ ਵਿਰੁੱਧ ਜੰਗ ਦਾ ਬਿਗਲ ਸੀ, ਜੋ ਜ਼ੁਲਮ ਦਾ ਪ੍ਰਤੀਕ ਸੀ। ਪੰਜਾਬ ਦੀ ਧਰਤੀ ਖਾਲਸੇ ਦੇ ਖੂਨ ਨਾਲ ਰੰਗੀ ਗਈ। ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਆਪਣੇ ਖੂਨ ਦੀ ਹਰੇਕ ਬੂੰਦ ਸਿੱਖ ਕੌਮ ਦੇ ਅਰਪਣ ਕੀਤੀ। ਬਾਈ ਵਾਹ! ਬਾਬੂ ਫਿਰੋਜ਼ਦੀਨ ਸ਼ਰਫ ਲਿਖਦੇ ਹਨ, ਦਮ ਦਿੱਤਿਆਂ ਬਾਜ ਨਹੀਂ ਦਮ ਮਿਲਦਾ, ਬਿਨਾਂ ਦਮ ਦੇ ਢੋਣੇ ਨਹੀਂ ਢੋਏ ਜਾਂਦੇ, ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਦੇ ਬਾਜ ਨਹੀਂ ਰੋਏ ਜਾਂਦੇ, ਦਰਦ ਬਾਜ ਨਹੀਂ ਸੀਨੇ ਵਿੱਚ ਛੇਕ ਪੈਂਦਾ, ਛੇਕ ਬਾਜ ਨਹੀਂ ਮੋਤੀ ਪਰੋਏ ਜਾਂਦੇ, ਸ਼ਰਫ ਦਾਗ ਗੁਲਾਮੀ ਦੇ ਦੇਸ਼ ਉੱਤੋਂ ਕੌਮੀ ਅਣਖ ਦੇ ਬਾਜ ਨਹੀਂ ਧੋਏ ਜਾਂਦੇ। I would like to speak few words about Shahid Baba Deep Singh Sahib for our young generation and English-speaking friends. Baba Deep Singh Ji, revered among Sikhs as one of the most hallowed martyr in Sikhism. He is remembered for his sacrifice and devotion to the teaching of the Sikh Gurus. Baba Deep Singh Ji was the first head of Misl Shahida, Taranadal, and Order of the Khalsa military, established by Nawab Kapoor Singh, the then head of Shromani Panth Akali Dal, Buddha Dal. The Damdami Taksal also states that he was the first head of their order. Baba Deep Singh Ji, born on 26 January 1682 to his father
Bhai Bhagta Ji and his mother Mata Jiuni Ji. He lived in village of Pohuwind in Amritsar district. He went to Anandpur Sahib on the day of Vaisakhi in 1700, where he baptized into Khalsa by Guru Gobind Singh Sahib through the Amrit Sanchar ceremonial initiation into Khalsa. As a youth, he spent considerable time in close companionship of Guru Gobind Singh Sahib, learning weaponry, riding, and other martial skills. From Bhai Mani Singh, he learnt reading and writing Gurmukhi Punjabi and the interpretation of the Guru's word. After spending 2 years at Anandpur Sahib, he returned to his village in 1702 before he was summoned by Guru Gobind Singh Sahib at Talwandi Sabo in 1705, where he helped Bhai Mani Singh Ji in making copies of the scripture Guru Granth Sahib. In 1709, Baba Deep Singh Ji joined Baba Banda Singh Bahadur during the Battle of Sadora and Chappat Chidi. In 1733, Nawab Kapoor Singh appointed Baba Deep Singh Ji a leader of an armed squad. On the Vaisakhi of 1748, at the meeting of the Sarbat Khalsa in Amritsar, the 65 Jathas of the Dal Khalsa were reorganized into 12 missiles. Baba Deep Singh Ji was the leader of Missile Shahida. In April 1757, Ahmad Shah Durrani raided India for the fourth time. While he was on his way back to from Delhi with young men and women as the Sikhs did to relieve him on the valuable and free the captives. The squad of Baba Deep Singh Ji was displayed near Kurukshetra. His squad freed a large number of prisoners and raided Durrani's considerable treasures. On his arrival in Lahore, Durrani, embittered by his loss, ordered the demolition of the Harmandir Sahib, the Golden Gurdwara. The shrine was blown up and a sacred pool filled up. Baba Deep Singh Ji, 75 years old, felt that it was up to him to atone for the sin of having let the Afghans desecrate the shrine. He emerged from scholastic retirement and declared to the congregation at Damdama Sahib that he intended to rebuild the Golden Temple. 500 men came forward to go with him. Babaji offered prayers before starting for Amritsar. May my head fall at the Darbar Sahib complex. As he went from hamlet to hamlet, many villagers joined him. By the time Babaji reached Tarantaran Sahib, 10 miles from Amritsar, over 5,000 Sikhs, armed with swords and spears, accompanied him. The Sikhs and Afghans clashed in the Battle of Amritsar on 13th November 1757. Babaji was mortally wounded with a blow to neck, but not completely decapitated. A Sikh reminded Babaji, you had resolved to reach the
periphery of the sacred pool. On hearing the talk of the Gursikh, Babaji held his head with his left hand and removing the enemies from the way with the stroke of his 15 kg khanda. With his right hand, reached Harmandir Sahib, where he breathed his last. We can see Babaji's khanda at Sri Akal Takht Sahib. Thank you. ਹਾਂਜੀ ਭੈਣ ਜੀ। ਹਾਂਜੀ ਹਾਂਜੀ ਭਾਜੀ, ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਜਦੋਂ ਲਕੀਰ ਖਿੱਚੀ ਕਿ ਇਹ ਲਕੀਰ ਤੇ ਜਿਨ੍ਹਾਂ ਨੇ ਵੀ ਸ਼ਹੀਦ ਹੋਣਾ ਹੈ ਸਾਰੇ ਆ ਜਾਣ। ਸੋ ਕਹਿੰਦੇ ਹਨ ਕਿ ਜੋ ਵੀ ਫੌਜੀ, ਜੋ ਵੀ ਸੰਗਤਾਂ, ਜੋ ਵੀ ਸਨ ਨਾਲ, ਸਾਰਿਆਂ ਨੇ ਗੁਰੂ ਦੇ ਇਹਨਾਂ ਦਾ ਹੁਕਮ ਮੰਨ ਕੇ ਸਾਰੇ ਨਾਲ ਚਲ ਗਏ। ਇਹ ਜਦੋਂ ਅੰਮ੍ਰਿਤਸਰ ਦਾ ਕਹਿੰਦੇ ਸਨ ਕਿ ਸਰੋਵਰ ਪੂਰ ਦੇਣਾ ਹੈ, ਕਹਿੰਦੇ ਹਨ ਥੋੜੀ ਜਿਹੀ ਇੱਥੇ ਲਿਖੀ ਹੈ ਕਿਸੇ ਨੇ, ਸੁਣੀ ਜਦੋਂ ਇਹ ਕਾਲੀ ਕਰਤੂਤ ਬਾਬੇ, ਉਸਦੇ ਖੂਨ ਨੇ ਖਾਦਾ ਉਬਾਲ ਹੈ ਸੀ, ਅੱਖੋਂ ਲਹੂ ਦੇ ਅਥਰੂ ਵਗਣ ਲੱਗੇ, ਗੁੱਸੇ ਵਿੱਚ ਹੋਇਆ ਲਾਲੋ ਲਾਲ ਹੈ ਸੀ, ਖੰਡਾ ਖੜਕ ਲਹਿਰਾਇਆ ਜਦ ਹਵਾ ਦੇ ਵਿੱਚ, ਹਿੱਲੀ ਧਰਤੀ ਤੇ ਆਇਆ ਭੁਚਾਲ ਹੈ ਸੀ, ਟੱਕਰ ਲੈਣ ਲਈ ਦਿਲ ਵਿੱਚ ਪ੍ਰਣ ਕੀਤਾ, ਟੱਕਰ ਲੈਣ ਲਈ ਦਿਲ ਵਿੱਚ ਪ੍ਰਣ ਕੀਤਾ, ਜ਼ਾਬਰ ਜ਼ਾਲਮ ਜਰਵਾਰਿਆਂ ਨਾਲ ਹੈ ਸੀ। ਸੁਣ ਕੇ ਸਾਰਾ ਹਜ਼ਾਰਾਂ ਦੇ ਸਿੱਖ ਸੂਰਮੇ ਪਹੁੰਚ ਗਏ ਬਾਬਾ ਜੀ ਪਾਸ ਇੱਥੇ, ਗੁਰਚਰਨੀ ਗਲ ਚ ਪਾ ਪੱਲਾ, ਬੇਬਲ ਹੋ ਕੇ ਕੀਤੀ ਅਰਦਾਸ ਇੱਥੇ, ਹਰਮੰਦਰ ਦੀ ਬੇਅਦਬੀ ਜਿਨ੍ਹਾਂ ਕੀਤੀ, ਉਹਨਾਂ ਦੁਸ਼ਮਣਾਂ ਦਾ ਕਰਨਾ ਹੈ ਨਾਸ ਇੱਥੇ, ਹੋ ਗਏ ਹੁਣ ਜ਼ੁਲਮ ਦਾ ਅੰਤ ਦਾਤਾ, ਬੇਸ਼ੱਕ ਲੱਗ ਜਾਣ ਸਾਡੇ ਸਵਾਸ ਇੱਥੇ। ਕਹਿੰਦੇ ਹਨ ਕਿ ਕਰਕੇ ਕਮਰ ਕੱਸਾ ਸੰਤ ਸੂਰਮੇ ਨੇ ਬੜੇ ਜੋਸ਼ ਵਿੱਚ ਕੀਤੀ ਤਕਰੀਰ ਉਦੋਂ, ਅਣਖ ਨਾਲ ਜਿਉਣੇ ਅਣਖ ਨਾਲ ਮਰਨੇ, ਕਹਿ ਕੇ ਖੰਡੇ ਨਾਲ ਖਿੱਚੀ ਲਕੀਰ ਉਦੋਂ, ਜਿੰਦ ਉਸ ਪਾਸੇ ਸਿੱਖ ਇਸ ਪਾਸੇ, ਵਾਹੀ ਸਿੱਖਾਂ ਦੀ ਸੀ ਤਕਦੀਰ ਉਦੋਂ, ਅੱਗੇ ਹੋ ਕੇ ਇੱਕ ਦੂਜੇ ਤੋਂ ਸਿੱਖ ਟੱਪ ਗਏ ਸਾਰੀ ਲਕੀਰ ਉਦੋਂ, ਅੰਮ੍ਰਿਤਸਰ ਵੱਲ ਸ਼ੇਰਾਂ ਦਾ ਦਲ ਵਧਿਆ, ਅੰਮ੍ਰਿਤਸਰ ਵੱਲ ਸ਼ੇਰਾਂ ਦਾ ਦਲ ਵਧਿਆ, ਬਾਬਾ ਦੀਪ ਸਿੰਘ ਜੀ ਦੀ ਕਮਾਨ ਅੰਦਰ, ਰਸਤੇ ਵਿੱਚ ਸਨ ਹੋਰ ਵੀ ਗੈਰ ਰੁਲਦੇ, 5000 ਸੀ ਨਿਤਰੇ ਮੈਦਾਨ ਅੰਦਰ, ਉਧਰ 20,000 ਦੀ ਫੌਜ ਲੈ ਕੇ ਜਹਾਨ ਖਾਨ ਵੀ ਆਇਆ ਮੈਦਾਨ ਅੰਦਰ, ਗੋਲਵੜ ਕੋਲ ਹੋਇਆ ਮੁਕਾਬਲਾ ਸੀ, ਸਿੰਘ ਜੂਝੇ ਸਨ ਅਣਖ ਦੇ ਆਣ ਅੰਦਰ। ਕਹਿੰਦੇ ਹਨ ਕਿ ਰਾਮਸਰ ਸਰੋਵਰ ਦੇ ਕੋਲ ਜਾ ਕੇ, ਰਾਮਸਰ ਸਰੋਵਰ ਦੇ ਕੋਲ ਜਾ ਕੇ ਲਹੂ ਡੋਲਵੀਂ ਹੋਈ ਸੀ ਲੜਾਈ ਆਖਰ, ਦੁਸ਼ਮਣ ਫੌਜਾਂ ਦਾ ਬੜਾ ਨੁਕਸਾਨ ਹੋਇਆ, ਕਈ ਸਿੰਘਾਂ ਦੀ ਕੀਤੀ ਚੜਾਈ ਆਖਰ, ਉਦੋਂ ਬਾਬੇ ਦੇ ਹੱਥ 'ਚ ਤੱਕ ਖੰਡਾ, ਉਦੋਂ ਬਾਬੇ ਦੇ ਹੱਥ ਵਿੱਚ ਤੱਕ ਖੰਡਾ, ਐਸੀ ਮੌਤ ਮਰ ਜਾਣੀ ਘਬਰਾਈ ਆਖਰ, ਜ਼ਾਲਮ ਸ਼ਾਹ ਨੇ ਜਦੋਂ ਲਲਕਾਰਿਆ ਸੀ, ਪਾਵਨ ਖੰਡੇ ਦੀ ਸ਼ਕਤੀ ਦਿਖਾਈ ਆਖਰ, ਬੱਬਰ ਸ਼ੇਰ ਵਾਂਗੂ ਉਹਨਾਂ ਗਰਜ ਕੇ ਤੇ, ਬੱਬਰ ਸ਼ੇਰ ਵਾਂਗੂ ਉਹਨਾਂ ਗਰਜ ਕੇ ਤੇ, ਅੱਗੇ ਅੱਗੇ ਹੀ ਸੀ ਹੋਣੀ ਭਰਜਾਈ ਇੱਥੇ, ਭਾਵੇਂ ਹੋ ਗਿਆ ਬਾਬੇ ਦਾ ਸੀਸ ਅਲੱਗ, ਭਾਵੇਂ ਹੋ ਗਿਆ ਬਾਬੇ ਦਾ ਸੀਸ ਅਲੱਗ, ਕਦਮ ਅੱਗੇ ਨੂੰ ਗਏ ਵਧਾਈ ਇੱਥੇ, ਇੱਕ ਹੱਥ ਨਾਲ ਸੀਸ ਹੱਥ ਤੇ ਰੱਖ, ਇੱਕ ਹੱਥ ਨਾਲ ਸੀਸ ਹੱਥ ਤੇ ਰੱਖ, ਦੂਜੇ ਹੱਥ ਗਏ ਖੰਡਾ ਖੜਕਾਈ ਇੱਥੇ, ਜਾਚਕ ਬਾਬੇ ਦੇ ਕਰਕੇ ਪ੍ਰਣ ਪੂਰਾ, ਬਾਬੇ ਨੇ ਕਰਕੇ ਪ੍ਰਣ ਪੂਰਾ, ਗੁਰੂ ਚਰਨੀ ਸ਼ਹਾਦਤ ਸੀ ਪਾਈ ਇੱਥੇ, ਗੁਰੂ ਚਰਨਾਂ ਵਿੱਚ ਸ਼ਹਾਦਤ ਪਾਈ ਇੱਥੇ। ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਲੜਾਈਆਂ ਕਰਦੇ ਕਹਿੰਦੇ ਹਨ ਕਿ ਜਦੋਂ ਗੋਲਵੜ ਦੇ ਕੋਲ ਆਏ ਹਨ, ਜਹਾਨ ਖਾਨ ਨਾਲ ਟੱਕਰ ਹੋਈ ਹੈ, ਜਹਾਨ ਖਾਨ ਹੈਰਾਨ ਸੀ, ਲੋਹੇ ਨਾਲ ਲੋਹਾ ਖੜਕ ਰਿਹਾ ਸੀ, ਅਸਮਾਨ ਜਕਾਰਿਆਂ ਨਾਲ ਜੂਝ ਰਿਹਾ ਸੀ, ਅਤੇ ਮੁਗਲ ਫੌਜ ਹੈਰਾਨ ਸੀ ਕਿ ਇਹ 75 ਸਾਲ ਦਾ ਬਜ਼ੁਰਗ ਬਾਬਾ ਦੀਪ ਸਿੰਘ ਜੀ ਆਪਣੇ ਭਾਰੀ 18 ਸੇਰ ਦੇ ਖੰਡੇ ਨਾਲ ਜੋਸ਼ ਵਿੱਚ ਆ ਕੇ ਪਠਾਨਾਂ ਦੀਆਂ ਗਰਦਨਾਂ ਸੁੱਟੀ ਜਾ ਰਹੇ ਸਨ। ਪਠਾਨ ਇੱਧਰ ਉੱਧਰ ਭੱਜਦੇ ਸਨ, ਡਰਦੇ ਸਨ, ਅਖੀਰ ਲੜਦੇ ਰਾਮਸਰ ਕੋਲ ਦੇ ਕੋਲ ਜਾ ਕੇ ਪਹੁੰਚੇ ਹਨ। ਬਹੁਤ ਭਾਰੀ ਲੜਾਈ ਹੋਈ ਹੈ ਇੱਥੇ। ਬਾਬਾ ਦੀਪ ਸਿੰਘ ਜੀ ਦਾ ਸਾਹਮਣਾ ਜਹਾਨ ਖਾਨ ਦੇ ਜਰਨੈਲ ਅਮਾਨ ਖਾਨ ਨਾਲ ਹੋਇਆ ਹੈ। ਬਾਬਾ ਦੀਪ ਸਿੰਘ ਜੀ ਨੇ ਅਮਾਨ ਖਾਨ ਦੇ ਇੱਕੋ ਵੇਲੇ ਨਾਲ ਵਾਰ ਕੀਤਾ
ਕਿ ਅਮਾਨ ਖਾਨ ਉਸੇ ਵੇਲੇ ਥੱਲੇ ਡਿੱਗ ਗਿਆ, ਪਰ ਬਾਬਾ ਦੀਪ ਸਿੰਘ ਹੋਣਾ ਦੀ ਵੀ ਗਰਦਨ ਅਮਾਨ ਖਾਨ ਦੇ ਵਾਰ ਨਾਲ ਧੜ ਤੋਂ ਲੈ ਗਈ ਸੀ। ਕਹਿੰਦੇ ਹਨ ਕਿ ਬਾਬਾ ਦੀਪ ਜੀ ਦੇ ਇੱਕ ਸਿੱਖ ਨੇ ਉਹਨਾਂ ਨੂੰ ਯਾਦ ਕਰਾਇਆ ਕਿ ਤੁਸੀਂ ਤਾਂ ਅੰਮ੍ਰਿਤਸਰ ਸਰੋਵਰ ਦੀਆਂ ਪਰਿਕਰਮਾ ਵਿੱਚ ਸੀਸ ਅਰਪਣ ਕਰਨਾ ਸੀ। ਸੰਕਲਪ ਕੀਤਾ ਤਾਂ ਬਾਬਾ ਜੀ ਨੇ ਆਪਣੇ ਖੱਬੇ ਹੱਥ ਵਿੱਚ ਸੀਸ ਚੁੱਕਿਆ ਅਤੇ ਸੱਜੇ ਹੱਥ ਨਾਲ ਖੰਡਾ 18 ਸੇਰ ਦਾ ਖੰਡਾ ਘੁਮਾਉਂਦੇ ਹੋਏ ਮੁਗਲਾਂ ਪਠਾਨਾਂ ਦੇ ਸੀਸ ਲਾਉਂਦੇ ਹੋਏ ਅੱਗੇ ਵੱਧਦੇ ਜਾ ਰਹੇ ਸਨ। ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਦੀ ਤੇਜ਼ ਰਫ਼ਤਾਰ ਨਾਲ ਅੱਗੇ ਦੁਸ਼ਮਣਾਂ ਨੂੰ ਲੰਘਦੇ ਇਹ ਪ੍ਰਣ ਪੂਰਾ ਕਰਨਾ ਸੀ ਅਤੇ ਜਾ ਕੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਆਪਣਾ ਸੀਸ ਭੇਟ ਕਰ ਦਿੱਤਾ। ਗੁਰੂ ਚਰਨ ਵਿੱਚ ਜਾ ਕੇ ਬਿਰਾਜ ਗਏ। ਉਹਨਾਂ ਦਾ ਸੰਸਕਾਰ ਕਹਿੰਦੇ ਹਨ ਕਿ ਉੱਥੇ ਹੀ ਕੀਤਾ ਗਿਆ। ਉਸ ਸਥਾਨ ਗੁਰਦੁਆਰਾ ਸ਼ਹੀਦਗੰਜ, ਜਿਹੜਾ ਕਿ ਗੁਰਦੁਆਰਾ ਸ਼ਹੀਦਗੰਜ ਸਾਹਿਬ ਹੈ। ਕਹਿੰਦੇ ਹਨ ਕਿ ਓੜਕ ਨਿਭੀ ਪ੍ਰੀਤ ਸੇਵਕ ਕੀ, ਓੜਕ ਨਿਭੀ ਪ੍ਰੀਤ। ਇੰਨੀ ਪ੍ਰੀਤ ਗੁਰੂ ਨਾਲ ਕੀਤੀ ਕਿ ਆਪਣਾ ਜਿਹੜਾ ਪ੍ਰਣ ਕੀਤਾ ਸੀ, ਉਹਨਾਂ ਨੇ ਪ੍ਰਣ ਜਿਹੜਾ ਪੂਰਾ ਕਰਕੇ ਪਰਿਕਰਮਾ ਵਿੱਚ ਆਪਣਾ ਸੀਸ ਗੁਰੂ ਦੇ ਹਾਜ਼ਰ ਪ੍ਰਣ ਕਰ ਦਿੱਤਾ, ਉੱਥੇ ਆਪਣਾ ਸੀਸ ਭੇਟ ਕਰ ਦਿੱਤਾ। ਐਸੇ ਸ਼ਹੀਦ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਉਹਨਾਂ ਨੂੰ ਸਾਡਾ ਕੋਟ ਪ੍ਰਣਾਮ। ਹਾਂਜੀ ਭਾਜੀ, ਆਓ ਜੀ ਭਾਜੀ, ਆਓ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਅੱਜ ਅਸੀਂ ਸਿੱਖ ਚੈਨਲ ਤੋਂ ਬਾਬਾ ਦੀਪ ਸਿੰਘ ਜੀ ਦਾ 263ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਮਨੁੱਖੀ ਆਜ਼ਾਦੀ ਅਤੇ ਧਰਮ ਦੀ ਆਜ਼ਾਦੀ ਦੀ ਤਲਾਸ਼ ਵਿੱਚ ਖਾਲਸੇ ਨੇ 1699 ਤੋਂ 1799 ਤੱਕ ਪੂਰੇ 100 ਸਾਲ ਜਦੋਜਹਿਦ ਕਰਕੇ ਇੱਕ ਨਵਾਂ ਇਤਿਹਾਸ ਰਚਿਆ। ਕਤਲੇਆਮ ਹੰਢਾਈ, ਘੱਲੂਘਾਰਿਆਂ ਵਿੱਚੋਂ ਹਜ਼ਾਰਾਂ ਸ਼ਹੀਦੀਆਂ ਹੋਈਆਂ। ਸਿੱਖ ਕੌਮ ਸੰਨ 1799 ਈਸਵੀ ਵਿੱਚ ਪੰਜਾਬ ਦੇ ਸੈਂਟਰ ਲਾਹੌਰ ਸ਼ਹਿਰ ਵਿੱਚ ਖਾਲਸਾ ਰਾਜ ਦਾ ਕੇਸਰੀ ਨਿਸ਼ਾਨ ਸਾਹਿਬ ਚੜਾਉਣ ਵਿੱਚ ਕਾਮਯਾਬ ਹੋਈ। शौक को आज़मे सफर रखिए, बेखबर बन के सब खबर रखिए। चाहे नजरें हो आसमानों पर, पांव लेकिन जमीन पर रखिए। जाने किस वक्त कूच करना हो, अपना सामान मुख्तसर रखिए। बात क्या है ये कौन परखेगा, आप लहजे को पुरअसर रखिए। ਸਾਡੇ ਗੌਰਮੈਂਟ ਹਾਈ ਸਕੂਲ ਡਰੋਲੀ ਕਲਾਂ ਦੇ 10ਵੀਂ ਕਲਾਸ ਦੀ ਸਿਲੇਬਸ ਕਿਤਾਬ ਸਾਹਿਤ ਭੂਸ਼ਣ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਸਿੰਘਾਂ ਦੀਆਂ ਅਥਾਹ ਕੁਰਬਾਨੀਆਂ ਬਾਰੇ ਆਪਣੀ ਕਵਿਤਾ ਜਵਾਨ ਪੰਜਾਬ ਦੇ ਵਿੱਚ ਲਿਖਦੇ ਹਨ। ਇਹ ਬੇਪਰਵਾਹ ਜਵਾਨ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ। ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ। ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰਦੇ। ਮੰਨਣ ਬਸ ਇੱਕ ਆਪਣੀ ਜਵਾਨੀ ਦੇ ਜ਼ੋਰ ਨੂੰ, ਅਖੜ ਖਾਂਦ ਅਲਬੇਲੇ ਧੁਰ ਥੀਂ, ਸਤਿਗੁਰਾਂ ਦੇ ਆਜ਼ਾਦ ਕੀਤੇ ਇਹ ਬੰਦੇ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ਤੇ। ਆਜ਼ਾਦੀ ਪਈ ਠਾਠਾ ਮਾਰਦੀ ਮੇਰੇ ਪੰਜਾਬ ਵਿੱਚ। ਵਾਹ ਵਾਹ। ਬਾਬਾ ਜੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਜਥੇਦਾਰ ਸਨ, ਜੋ ਨਵਾਬ ਕਪੂਰ ਸਿੰਘ ਜੀ ਨੇ ਸਥਾਪਿਤ ਕੀਤੀ। ਬਾਬਾ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਵੀ ਸਨ। ਸ਼ਾਇਰ ਕਹਿੰਦਾ ਹੈ, ਜਦੋਂ ਕਿਸੇ ਵੀ ਦੇਸ਼ ਤੇ ਕੌਮ ਅੰਦਰ ਆ ਕੇ ਵਾਹ ਆਜ਼ਾਦੀ ਦੀ ਵਗਦੀ ਏ, ਉਸ ਮੁਲਕ ਦੇ ਸੱਚਿਆਂ ਆਸ਼ਕਾਂ ਨੂੰ ਰਹਿੰਦੀ ਹੋਸ਼ ਨਾ ਸੀਸ ਤੇ ਪੱਗਦੀ ਏ। ਘਰ ਉਜੜਦੇ ਸੈਂਕੜੇ ਮੱਖੀਆਂ ਦੇ, ਬੱਤੀ ਮੋਮ ਦੀ ਤਾਂ ਇੱਕ ਜਗਦੀ ਏ। ਸ਼ਰਫ ਖੂਨ ਗਰੀਬਾਂ ਦੇ ਨੁਚੜ ਜਾਂਦੇ, ਮਹਿੰਦੀ ਹੋਰਨਾਂ ਦੇ ਹੱਥਾਂ ਤੇ ਲੱਗਦੀ ਏ। ਅਪ੍ਰੈਲ ਸੰਨ 1757 ਨੂੰ ਅਹਿਮਦ ਸ਼ਾਹ ਦੁਰਾਨੀ ਨੇ ਭਾਰਤ ਉੱਪਰ ਚੌਥਾ ਹਮਲਾ ਕੀਤਾ। ਜਦੋਂ ਉਹ ਦਿੱਲੀ ਤੋਂ ਕਾਬਲ ਨੂੰ ਵਾਪਸ ਜਾ ਰਿਹਾ ਸੀ ਤਾਂ ਬਹੁਤ ਸਾਰੇ ਭਾਰਤੀ ਇਸਤਰੀਆਂ ਤੇ ਪੁਰਸ਼ ਕੈਦ ਕੀਤੇ ਹੋਏ ਸਨ ਗੁਲਾਮ ਬਣਾਉਣ ਵਾਸਤੇ। ਬਾਬਾ ਜੀ ਦੇ ਜਥੇ ਨੇ ਧੱਕੇਸ਼ਾਹੀ ਦੇ ਖਿਲਾਫ ਜ਼ਬਰਦਸਤ ਸਕੀਮ ਬਣਾਈ ਤੇ ਕਮਰ ਕੱਸੇ। लम्हे लम्हे की सियासत पर नजर रखते हैं, हमसे दीवाने भी दुनिया की खबर रखते हैं। इतने नादां भी नहीं कि भटक कर रह जाएं, कोई मंजिल ना सही।
दरगुजर रखते हैं, मार ही डाले जो बेमौत, ये दुनिया वो है, हम जो जिंदा हैं तो जीने का हुनर रखते हैं। ਬਾਬਾ ਦੀਪ ਸਿੰਘ ਜੀ ਦਾ ਜੱਥਾ ਅਹਿਮਦ ਸ਼ਾਹ ਦੁਰਾਨੀ ਨੂੰ ਕੁਰੂਕਸ਼ੇਤਰ ਦੇ ਮੈਦਾਨ ਕੋਲ ਜਾ ਮਿਲਿਆ। ਜਥੇ ਨੇ ਹੱਲਾ ਕਰਨ ਵੇਲੇ ਥਿਤਵਾਰ ਨਹੀਂ ਪੁੱਛਿਆ। ਸਾਰੇ ਬੇਕਸੂਰ ਨਾਰ ਨਾਰੀਆਂ ਨੂੰ ਆਜ਼ਾਦ ਕਰਵਾਇਆ ਤੇ ਨਾਲ ਹੀ ਲੁੱਟ ਦੇ ਧਨ ਦੌਲਤ ਉੱਤੇ ਜ਼ਬਰਦਸਤ ਛਾਪਾ ਮਾਰਿਆ। ਵੈਰੀ ਦਲ ਨਾਲ ਮੱਥਾ ਡਾਉਣਾ ਤਾਂ ਕੋਈ ਬਾਬਾ ਦੀਪ ਸਿੰਘ ਕੋਲੋਂ ਸਿੱਖੇ। ਜੋ ਸਾਹਮਣੇ ਆਇਆ ਝਟਕਾਇਆ, ਪਾਰ ਬੁਲਾਇਆ। ਜਰਵਾਣਿਆਂ ਨੂੰ ਐਸਾ ਰੜੇ ਰੱਖ ਕੇ ਮਾਰਿਆ ਕਿ ਨਾਨੀ ਯਾਦ ਕਰਾ ਦਿੱਤੀ। ਉਹ ਸਬਕ ਸਿਖਾਇਆ ਕਿ ਰਹੇ ਰੱਬ ਦਾ ਨਾਂ। ਧਰਮੀ ਫੌਜੀਆਂ ਨੇ ਪਹਾੜੇ ਦੇ ਸਿਪਾਹੀਆਂ ਦੇ ਹੱਡ ਗੋਡੇ ਚੂਰ ਚੂਰ ਕਰ ਦਿੱਤੇ। ਸਿਰਲੱਥ ਯੋਧਿਆਂ ਦੇ ਦੁਰਾਨੀਆਂ ਦੀ ਕੋਈ ਪੇਸ਼ ਨਾ ਗਈ। ਬੜੀ ਭਿਆਨਕ ਤੇ ਗਹਿ ਗੱਚ ਲੜਾਈ ਹੋਈ। ਦਰਿੰਦੀਆਂ ਦਾ ਐਸਾ ਝੁੱਗਾ ਚੌੜ ਕੀਤਾ ਕਿ ਕਿਆਮਤ ਤੱਕ ਯਾਦ ਕਰਨ। ਸ਼ਾਇਰ ਕਹਿੰਦਾ ਹੈ, ਬਾਬੂ ਫਿਰੋਜ਼ਦੀਨ ਸ਼ਰਫ, ਬਹੁਤੇ ਦੁੱਖ ਉਹ ਝੱਲਦੇ ਦੇਸ ਬਦਲੇ, ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ, ਇੱਟਾਂ ਉਸੇ ਨੂੰ ਬਹੁਤੀਆਂ ਪੈਂਦੀਆਂ ਨੇ, ਜਿਹੜੀ ਬੇਰੀ ਦੇ ਨਾਲ ਨੇ ਬੇਰ ਹੁੰਦੇ। ਕੌਣ ਪੁੱਛਦਾ ਕਾਵਾਂ ਤੇ ਗਿੱਦੜਾਂ ਨੂੰ, ਕੈਦ ਪਿੰਜਰੇ ਬਾਸ ਤੇ ਸ਼ੇਰ ਹੁੰਦੇ। ਕਤਰੇ ਲਹੂ ਤੇ ਪਾਣੀ ਦੇ ਬੰਦ ਹੋ ਕੇ ਸ਼ਰਫ ਮੋਤੀ ਤੇ ਮੁਸ਼ਕ ਨੇ ਫੇਰ ਹੁੰਦੇ। ਆਖਰੀ ਲਾਈਨਾਂ, ਫਿਰ ਅਹਿਮਦ ਸ਼ਾਹ ਦੁਰਾਨੀ ਨੇ ਹਰਮੰਦਰ ਸਾਹਿਬ ਨੂੰ ਤੋਪਾਂ ਨਾਲ ਉਡਾ ਦਿੱਤਾ ਤੇ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ। ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਦੀ ਸੀ। ਉਹਨਾਂ ਇਸ ਬੇਅਦਬੀ ਦਾ ਬਦਲਾ ਲੈਣ ਦਾ ਫੈਸਲਾ ਕੀਤਾ। फानूस बन के जिसकी हिफाजत हवा करे, वो शमा कैसे बुझे इसे रोशन खुदा करे। ਬਾਬਾ ਜੀ ਨੇ ਲਿਖਣਾ ਪੜ੍ਹਨਾ ਛੱਡ ਕੇ ਸੰਗਤ ਨੂੰ ਕਿਹਾ, ਅਸੀਂ ਪਹਿਲਾਂ ਹਰਮੰਦਰ ਸਾਹਿਬ ਦੀ ਉਸਾਰੀ ਕਰਾਂਗੇ। 500 ਸਿੰਘਾਂ ਦਾ ਜਥਾ ਕੋਲ ਸੀ। ਬਾਬਾ ਜੀ ਨੇ ਖੰਡੇ ਨਾਲ ਲਕੀਰ ਖਿੱਚ ਕੇ ਕਿਹਾ, ਜਿਨ੍ਹਾਂ ਸ਼ਹੀਦ ਹੋਣਾ ਲਕੀਰ ਤੋਂ ਇਧਰ ਆ ਜਾਓ। ਸਾਰੇ ਸਿੰਘ ਬਾਬਾ ਜੀ ਤੋਂ ਜਾਨ ਨਿਸ਼ਾਵਰ ਕਰਨ ਲਈ ਤਿਆਰ ਬਰ ਤਿਆਰ ਸਨ। ਜ਼ਿੰਦਾ ਰਹਿਣਾ ਹੈ तो हालात से डरना कैसा, इकबाल। ਸਰ ਮੁਹੰਮਦ ਇਲਾਮਾ ਇਕਬਾਲ ਆਪਣੀ ਕਿਤਾਬ ਵਾਂਗੇ ਤਰ੍ਹਾਂ ਵਿੱਚ ਲਿਖਦਾ ਹੈ, ਜ਼ਿੰਦਾ ਰਹਿਣਾ ਹੈ तो हालात से डरना कैसा, इकबाल। जंग लाजिम हो तो लश्कर नहीं देखे जाते। भाई वाह। ਬਾਬਾ ਜੀ ਨੇ ਅਰਦਾਸ ਕਰਕੇ ਦਰਬਾਰ ਸਾਹਿਬ ਵੱਲ ਚਾਲੇ ਪਾ ਦਿੱਤੇ। ਅਰਦਾਸ ਦੇ ਬੋਲ ਸਨ, ਹੈ ਗੁਰੂ ਰਾਮਦਾਸ, ਮੇਰਾ ਸੀਸ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਭੇਟ ਹੋਵੇ। ਪਿੰਡੋਂ ਪਿੰਡ ਤੁਰਦਿਆਂ 10 ਮੀਲ ਉਰੇ ਤਰਨ ਤਾਰਨ ਸਾਹਿਬ ਇਹ ਗਿਣਤੀ, ਸਿੱਖਾਂ ਦੀ ਗਿਣਤੀ 5000 ਹੋ ਗਈ, ਜਿਨ੍ਹਾਂ ਦੇ ਕੋਲ ਕਿਰਪਾਨਾਂ ਸਨ, ਵਰਸ਼ੇ ਸਨ ਤੇ ਬੇਸ਼ੁਮਾਰ ਹਥਿਆਰ ਸਨ। ਜ਼ੁਲਮ ਜ਼ਬਰ ਦਾ ਸੀਨਾ ਪਾੜੇ ਜਾ ਕੇ ਜਿਹੜੀ ਕਾਨੀ, ਦੁਨੀਆ ਅੰਦਰ ਕਾਇਮ ਰੱਖੇ ਜਿਹੜੀ ਨਾਮ ਨਿਸ਼ਾਨੀ। ਦੇਸ਼ ਕੌਮ ਦੇ ਪੈਰੋਂ ਜਿਹੜੀ ਸੰਗਲ ਲਾਹੇ ਗੁਲਾਮੀ, ਜਗ ਅੰਦਰ ਉਹ ਸ਼ਰਫ ਪਿਆਰੇ, ਦੇਵੀ ਹੈ ਕੁਰਬਾਨੀ ਕੁਰਬਾਨੀ ਕੁਰਬਾਨੀ। ਵਾਹ ਵਾਹ। ਬਾਬਾ ਦੀਪ ਸਿੰਘ ਜੀ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ 4 ਸਰੂਪ ਲਿਖ ਕੇ 4 ਤਖਤਾਂ ਉੱਪਰ ਭੇਜੇ, ਉੱਥੇ 4 ਧਰਮ ਯੁੱਧ ਵੀ ਕੀਤੇ। ਸਨ 1710 ਵਿੱਚ ਸਢੌਰੇ ਦਾ ਧਰਮ ਯੁੱਧ, ਚੱਪੜਚਿੜੀ ਦਾ ਧਰਮ ਯੁੱਧ ਅਤੇ ਸਰਹੰਦ ਦੀ ਜਿੱਤ। ਨੋਟ ਕਰਨਾ, ਇਹ ਤਿੰਨੇ ਯੁੱਧ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕੇ ਕੀਤੇ। ਅਤੇ ਚੌਥਾ ਧਰਮ ਯੁੱਧ ਸਨ 1757 ਵਿੱਚ ਸ੍ਰੀ ਅੰਮ੍ਰਿਤਸਰ ਦਾ ਧਰਮ ਯੁੱਧ ਕੀਤਾ। ਇਹ 13 ਨਵੰਬਰ ਸਨ 1757 ਦਾ ਵਕਤ ਸੀ, ਜਦੋਂ ਅੰਮ੍ਰਿਤਸਰ ਦੇ ਧਰਮ ਯੁੱਧ ਵਿੱਚ ਸਿੱਖ ਤੇ ਦੁਰਾਨੀ ਆਮੋ ਸਾਹਮਣੇ ਭਿੜੇ। फल्क को जिद है जहां बिजलियां गिराने की, हमें भी जिद है वहां आशियां बनाने की। ਜਹਾਨ ਖਾਂ ਦੇ ਨਾਲ ਸਾਂਝੇ ਵਾਰ ਵਿੱਚ ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟਿਆ ਗਿਆ। ਇੱਕ ਗੁਰਸਿੱਖ ਨੇ ਕੋਲੋਂ ਕਿਹਾ, ਬਾਬਾ ਜੀ, ਤੁਸੀਂ ਤਾਂ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਸੀਸ ਭੇਟ ਕਰਨ ਦੀ ਅਰਦਾਸ ਕਰਕੇ ਤੁਰੇ ਸੀ। ਗੁਰਸਿੱਖ ਦੇ ਦਿਲ ਟੁੰਬਵੇਂ ਬਚਨ ਸੁਣਦਿਆਂ ਹੀ ਬਾਬਾ ਜੀ ਨੇ ਸੀਸ ਖੱਬੀ ਹਥੇਲੀ ਉੱਤੇ ਰੱਖਿਆ
ਤੇ ਸੱਜੇ ਹੱਥ ਨਾਲ ਦੁਰਾਨੀਆਂ ਦੀਆਂ ਸਫਾਂ ਨੂੰ ਚੀਰਦੇ ਹੋਏ, ਆਪਣੇ ਖੰਡੇ ਦੇ ਨਾਲ ਚੀਰਦੇ ਹੋਏ, ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਸੀਸ ਭੇਟ ਕਰਕੇ ਆਖਰੀ ਸਾਹ ਲਿਆ। ਅੱਜ ਵੀ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਸੁਭਾਇਮਾਨ ਸ਼ਸਤਰਾਂ ਵਿੱਚੋਂ ਬਾਬਾ ਦੀਪ ਸਿੰਘ ਜੀ ਦੇ ਦੋ ਧਾਰੇ ਖੰਡੇ ਦੇ ਦਰਸ਼ਨ ਕਰਦੀ ਹੈ। ਮੈਨੂੰ ਇਉਂ ਕਹਿਣਾ ਸੋਹਣਾ ਲੱਗਦਾ ਹੈ ਕਿ ਉਹਨਾਂ ਦੇ ਦੋ ਧਾਰੇ ਖੰਡੇ ਵਿੱਚੋਂ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੁੰਦੇ ਹਨ। ਘੜੀ ਨੇ ਇਸ਼ਾਰਾ ਕੀਤਾ ਹੈ ਕਿ ਸਮਾਂ ਸੰਪੂਰਨ ਹੈ। ਇੱਥੇ ਹੀ ਅਸੀਂ ਆਪਣੇ ਦਰਸ਼ਕਾਂ ਕੋਲੋਂ ਖਿਮਾ ਚਾਹੁੰਦੇ ਹਾਂ। ਬਹੁਤ 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 ਧੰਨਵਾਦ ਸਿੱਖ ਚੈਨਲ ਦੇ ਸਾਰੇ ਦਰਸ਼ਕਾਂ ਦਾ, ਜੋ ਪਿਛਲੇ 2.5 ਸਾਲ ਤੋਂ ਸਾਨੂੰ ਮਤਵਾਤਰ ਹੌਸਲਾ ਅਫਜ਼ਾਈ ਕਰਦੇ ਆ ਰਹੇ ਹਨ। ਸਾਰਿਆਂ ਦਾ ਲਿਖਤੀ ਰੂਪ ਵਿੱਚ ਹੌਸਲਾ ਅਫਜ਼ਾਈ ਦੇ ਸ਼ਬਦ ਭੇਜਣ ਵਾਸਤੇ ਇੱਕ ਵਾਰੀ ਫੇਰ ਬਹੁਤ ਧੰਨਵਾਦ ਕਰਦੇ ਹਾਂ। ਸੁਰਿੰਦਰ ਭੈਣ ਜੀ ਦਾ ਬਹੁਤ ਧੰਨਵਾਦ, ਜਿਹੜੇ ਹਰ ਹਫਤੇ ਪੂਰੀ ਤਿਆਰੀ ਕਰਕੇ, ਸਟੱਡੀ ਕਰਕੇ ਪ੍ਰੋਗਰਾਮ ਨੂੰ ਇਤਨਾ ਦਿਲਚਸਪ ਤੇ ਰੌਚਕ, ਇੰਟਰਸਟਿੰਗ ਬਣਾ ਕੇ, ਇਨਫੋਰਮੇਟਿਵ ਬਣਾ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹਨ ਔਰ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੰਦੇ ਹਨ। ਟੈਕਨੀਕਲ ਟੀਮ ਵੱਲੋਂ ਆਪਣੇ ਸੁਣਵੀਰ ਸਰਦਾਰ ਹਰਵਿੰਦਰ ਸਿੰਘ ਭੱਚੂ ਸਾਹਿਬ ਦਾ ਧੰਨਵਾਦ ਕਰਦਾ ਹਾਂ, ਜੋ ਬੜੀ ਮਿਹਨਤ ਨਾਲ ਪ੍ਰੋਗਰਾਮਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਪਰੋਸਦੇ ਹਨ। ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਵੀ ਅਰਦਾਸ। ਪ੍ਰੋਗਰਾਮ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਕਿਸੇ ਵੀ ਭੁੱਲ ਜਾਂ ਚੂਕ ਵਾਸਤੇ ਜੋ ਅਚਾਨਕ ਸਹਿਬਨ ਹੋ ਜਾਂਦੀ ਹੋਵੇ, ਉਹਦੇ ਵਾਸਤੇ ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਹੋਪਫੁਲੀ ਮਿਲਦੇ ਹਾਂ ਨੈਕਸਟ ਵੀਕ। ਆਓ ਫਿਰ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।